ਪਿੰਡਾਂ ਦੇ ਲੋਕ ਪਹਿਲਾਂ ਜਾਂਦੇ ਸੀ ਬੰਬੇ, ਜਾਂਦੇ ਸੀਗੇ ਕੈਨੇਡਾ ਨੂੰ, ਅਮਰੀਕਾ ਨੂੰ। ਤੁਸੀਂ ਸੱਦਾ ਦੇ ਰਹੇ ਹੋ ਵੀ ਕੈਨੇਡਾ ਵਾਲੇ ਵੀ ਆ ਜਾਓ, ਅਮਰੀਕਾ ਵਾਲੇ ਵੀ ਆ ਜਾਓ। ਕੁਝ ਦਿਨ ਪਹਿਲਾਂ ਹੀ ਮੇਰੀ ਮੁਲਾਕਾਤ ਅਮਾਨਤ ਮੈਮ ਇੱਕ ਹੈਗੇ ਉਹਨਾਂ ਦੇ ਨਾਲ ਹੋਈ। ਉਹਨਾਂ ਨੇ ਬੋਇੰਗ 'ਚ ਕੰਮ ਕੀਤਾ ਹੈ, ਦੁਨੀਆ ਦੀ ਸਭ ਤੋਂ ਵੱਡੀ ਜਹਾਜ਼ ਬਣਾਉਣ ਵਾਲੀ ਕੰਪਨੀ 'ਚ। ਯੂਐਸ ਤੋਂ ਉਹ ਸਾਨੂੰ ਲਗਾਤਾਰ ਫੋਲੋ ਕਰਦੇ। ਮੈਨੂੰ ਤਾਂ ਉਦੋਂ ਬੜੀ ਖੁਸ਼ੀ ਹੁੰਦੀ ਜਦੋਂ ਆ ਕੇ ਮੈਨੂੰ ਮਿਲਦੇ ਨੇ। ਸੋ ਇੱਥੇ ਹੀ ਜੇ ਮੈਂ ਸਿੰਬਾ ਕੋਟਸ ਦੀ ਗੱਲ ਕਰਾਂ ਤੇ 2 ਬੱਚੇ ਅਜਿਹੇ ਨੇ ਜਿਹੜੇ 3-3 ਸਾਲ ਕੈਨੇਡਾ ਰਹਿ ਕੇ ਆਏ ਨੇ ਤੇ ਹੁਣ ਇੱਥੇ ਆ ਕੇ ਟ੍ਰੇਨਿੰਗ ਸੈਂਟਰ ਪੂਰਾ ਆਪਾਂ ਕਿਵੇਂ ਚਲਾਉਣਾ ਹੈ ਜਾਂ ਆਪਾਂ ਆਈਟੀ ਕੰਪਨੀ ਕਿਵੇਂ ਚਲਾਉਣੀ ਆ ਉਹਨੂੰ ਸਿੱਖ ਰਹੇ ਨੇ। ਫਿਰ ਇੱਕ ਪਿੰਡ ਤੋਂ ਸ਼ੁਰੂਆਤ, ਰਿਵਰਸ ਮਾਈਗ੍ਰੇਸ਼ਨ, ਥੋੜਾ ਰਿਵਰਸ ਮਾਈਗ੍ਰੇਸ਼ਨ ਤੇ ਜ਼ਰੂਰ ਅੱਜ ਦੱਸਿਓ। ਸੋ ਰਿਵਰਸ ਮਾਈਗ੍ਰੇਸ਼ਨ ਤੋਂ ਸਾਡਾ ਭਾਵ ਹੈ ਕਿ ਵਤਨ ਵਾਪਸੀ। ਮੈਨੂੰ ਇਹ ਮੈਂ ਬਿਲੀਵ ਕਰਦੀ ਕਿ ਤੁਸੀਂ ਜਿਹੜਾ ਬੈਸਟ ਆਊਟਪੁੱਟ ਆਪਣਾ ਉਹ ਆਪਣੀ ਧਰਤੀ ਤੇ ਹੀ ਦੇ ਸਕਦੇ ਹੋ। ਸਾਨੂੰ ਲੱਗਦਾ ਤੇ ਆ ਕਿ ਅਸੀਂ ਦੂਸਰੇ ਕੰਟਰੀ 'ਚ ਜਿਹੜਾ ਚੱਲ ਗਏ ਆ ਤੇ ਉੱਥੇ ਜਾ ਕੇ ਅਸੀਂ ਅਮੀਰ ਹੋ ਗਏ ਆ, ਪਰ ਸਾਨੂੰ ਉੱਥੇ ਅਸੀਂ ਇੱਕ ਸਮਝੋ ਕਿ 5 ਕਰੋੜ ਦਾ ਘਰ ਲੈਂਦੇ ਆ 30 ਸਾਲਾਂ ਦੇ ਵਿੱਚ ਜਾਂ 20 ਸਾਲਾਂ ਦੇ ਵਿੱਚ। ਤੇ ਫਿਰ ਤੁਹਾਨੂੰ ਵੀ ਇਹ ਪਤਾ ਕਿ 5 ਕਰੋੜ ਕਮਾਉਣ ਲਈ, 5 ਕਰੋੜ ਦਾ ਮੁਨਾਫਾ ਕਰਨ ਲਈ ਤੁਸੀਂ ਦੱਸੋ ਕਿੰਨੀ ਮਿਹਨਤ ਕਰਨੀ ਪਏਗੀ। ਤੇ ਜਾਂ ਇੰਨੇ ਲੋਕ ਜਿਹੜੇ ਉਹ ਵਾਪਸ ਆ ਕੇ ਇੱਥੇ ਵੱਖ-ਵੱਖ ਬਿਜ਼ਨਸ ਕਰ ਵੀ ਰਹੇ ਨੇ। ਤੁਸੀਂ ਵੀ ਕਈ ਉਦਾਹਰਨਾਂ ਕਵਰ ਕਰਦੇ ਹੋ, ਠੀਕ ਹੈ। ਸੋ ਪੰਜਾਬ ਦੇ ਵਿੱਚ ਬਹੁਤ ਪੋਜ਼ਿਟਿਵ ਜਿਹੜੀਆਂ ਉਦਾਹਰਨਾਂ ਹੁਣ ਬਣ ਚੁੱਕੀਆਂ ਤੇ ਆਉਣ ਵਾਲੇ ਸਮੇਂ 'ਤੇ ਜਿਹੜੀਆਂ ਉਹ ਬਣ ਰਹੀਆਂ ਨੇ। ਬੜਾ ਜ਼ਬਰਦਸਤ ਕੰਮ ਕੀਤਾ ਜਾਏਗਾ ਰਿਵਰਸ ਮਾਈਗ੍ਰੇਸ਼ਨ ਤੇ। ਜਿਹੜਾ ਅਸੀਂ ਘੁੰਮ ਘਮਾ ਕੇ ਲੱਖ ਰੁਪਇਆ ਇੱਥੇ ਭੇਜਣਾ ਮਹੀਨੇ ਬਾਅਦ, ਉਹ ਅਸੀਂ ਇੱਥੇ ਕਿਉਂ ਨਾ ਕਮਾ ਲਈਏ ਕਿ ਸਾਡਾ ਆਪਣਾ ਘਰ ਆ ਹਰ ਚੀਜ਼ ਆ। ਪੰਜਾਬ 'ਚ ਵੀ ਬੜੀ ਆਜ਼ਾਦੀ ਹੈ ਹੁਣ। ਇੱਥੇ ਤੁਸੀਂ ਇੰਗਲਿਸ਼ ਵੀ ਬੋਲ ਸਕਦੇ ਹੋ, ਹਿੰਦੀ ਵੀ ਬੋਲ ਸਕਦੇ ਹੋ। ਕੀ ਤੁਸੀਂ ਉੱਥੇ ਹਰ ਜਗ੍ਹਾ ਪੰਜਾਬੀ ਬੋਲ ਸਕਦੇ ਹੋ? ਸੋ ਆਜ਼ਾਦ ਅਸੀਂ ਉੱਥੇ ਨਹੀਂ, ਆਜ਼ਾਦ ਅਸੀਂ ਇੱਥੇ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਲੰਧਰ ਦੇ ਵਿੱਚ ਬੜਾ ਹੌਟ ਸਾਡੀ ਕੰਮ ਚੱਲ ਰਿਹਾ ਹੈ ਕਰੰਟਲੀ। ਸੋ ਜਲੰਧਰ ਦੇ ਵਿੱਚ, ਬਠਿੰਡਾ ਦੇ ਵਿੱਚ, ਤਰਨਤਾਰਨ, ਮੋਹਾਲੀ ਤੇ ਟਾਂਗਰਾ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਅੱਧਾ ਸੈਂਟਰ ਅਸੀਂ ਹੋਰ ਲਾਂਗੇ। ਵਨ ਆਫ ਦੀ ਲਾਰਜੈਸਟ ਸਿਰਿੰਜਸ ਜਿਹੜੀਆਂ ਕੰਪਨੀ ਬਣਾਉਂਦੀ ਆ ਵਰਲਡ ਦੀਆਂ, ਉਹਨਾਂ 'ਚੋਂ ਇੱਕ ਕੰਪਨੀ ਆ। ਸੋ ਉਹਨਾਂ ਦਾ ਇੱਕ ਆਲਮੋਸਟ ਲਾਓ ਕਿ $10,000 ਤੱਕ ਦਾ ਬਜਟ ਸੀ, ਪਰ ਉਹਨਾਂ ਦੀ ਪ੍ਰੋਬਲਮ ਨਹੀਂ ਸੋਲਵ ਹੋ ਰਹੀ। ਟੈਕਨੀਕਲ ਪ੍ਰੋਬਲਮ, ਕੋਡਿੰਗ ਰਿਲੇਟਡ ਪ੍ਰੋਬਲਮ। ਉਹਨਾਂ ਦਾ ਜਿਹੜਾ ਕੰਮ ਆ ਉਹ ਇਹਨਾਂ ਨੇ 3 ਦਿਨ ਦੇ ਵਿੱਚ ਕਰਕੇ ਦਿੱਤਾ। ਪਿੰਡਾਂ ਦੇ ਬੱਚੇ ਮਿਹਨਤੀ ਹੁੰਦੇ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਆ। ਪਿੰਡਾਂ ਦੇ ਬੱਚਿਆਂ ਨੂੰ ਜੇ ਰਾਹ ਦਿਖਾ ਦਈਏ ਤੇ ਜਾਨ ਪੂਰੀ ਲਾ ਸਕਦੇ ਆ, ਠੀਕ ਹੈ। ਸੋ ਉਹ ਕਿ ਜਾਨ ਇਹਨਾਂ 'ਚ ਹੈਗੀ ਹੀ, ਜਜ਼ਬਾ ਹੈਗਾ ਸੀ, ਬਟ ਸਾਡੀ ਕੰਪਨੀ ਨੇ ਉਹਨਾਂ ਨੂੰ ਪਲੇਟਫਾਰਮ ਇੰਨਾ ਵਧੀਆ ਦੇ ਦਿੱਤਾ ਕਿ ਉਹਨਾਂ ਨੇ ਜਿਹੜਾ ਕਰਕੇ ਦਿਖਾਇਆ। ਇੱਥੇ ਬਹੁਤ ਬੱਚੇ ਆ ਜਿਹੜੇ ਡੈਫੀਨੇਟਲੀ ਇੱਥੇ ਨਾ ਹੁੰਦੇ ਤੇ ਬਾਹਰ ਹੀ ਜਾਂਦੇ, ਪਰ ਹੁਣ ਨਹੀਂ ਜਾਣਗੇ। ਗਲਤ ਤੇ ਉੱਥੇ ਆ ਕਿ ਜਿੱਥੇ ਵਧੀਆ ਬੱਚਾ ਉਹਦੇ 8 ਬੈਂਡ ਆ ਰਹੇ ਨੇ, ਉਹਨੂੰ ਜਿਹੜਾ ਵਾ ਕਾਲਜ ਸਕੂਲ ਜਿਹੜਾ ਵਾ ਉਹ ਇੰਨਾ ਰਿਸਪੈਕਟ ਦੇ ਰਿਹਾ। ਉਸ ਤੋਂ ਬਾਅਦ ਗਲਤ ਇੱਥੇ ਹੋ ਰਿਹਾ ਕਿ ਸਕੂਲ ਹੀ ਉਹਨੂੰ ਗਾਈਡ ਕਰ ਰਿਹਾ ਕਿ ਤੂੰ ਬਾਹਰ ਚਲ ਜਾ। ਸਕੂਲਾਂ ਨੇ ਟਾਈ ਅਪ ਬਣਾਏ ਹੋਏ ਆ ਅੱਗੇ ਕੰਪਨੀਆਂ ਨਾਲ, ਠੀਕ ਹੈ। ਅੱਜ ਕੱਲ ਕਾਲਜਿਸ ਨੇ ਟਾਈ ਅਪ ਬਣਾਏ ਹੋਏ ਆ ਕਿ ਤੁਹਾਨੂੰ ਇੱਥੇ ਭੇਜ ਦਾਂਗੇ। ਜਦੋਂ ਅਸੀਂ ਵਧੀਆ ਰਿਸੋਰਸ, ਵਧੀਆ ਬੱਚਾ ਵੀ ਬਾਹਰ ਭੇਜੀ ਜਾ ਰਹੇ ਆ ਤੇ ਉੱਥੇ ਅਸੀਂ ਜਿਹੜੀ ਸਭ ਤੋਂ ਵੱਡੀ ਗਲਤੀ ਕਰ ਰਹੇ ਹਾਂ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਰਲਡ ਬੈਂਕ ਦੇ CEO ਵੀ ਇੰਡੀਆ 'ਚ ਪੜ੍ਹੇ ਨੇ। ਤੁਸੀਂ ਮੈਨੂੰ 6 ਮਹੀਨੇ ਦਿਓ, 8 ਮਹੀਨੇ ਦਿਓ, ਤੁਹਾਨੂੰ ਮੈਂ ਇੱਥੇ ਪੂਰੀ ਝੜੀ ਲਾ ਦੇਣੀ ਆ ਕਿ ਤੁਸੀਂ ਦੇਖੋਗੇ ਕਿ ਕਿੱਦਾਂ ਲੋਕ ਅਮਰੀਕਾ, ਕੈਨੇਡਾ, US ਤੋਂ ਆ ਕੇ ਇੱਥੇ ਸਿਰਫ ਸਾਡੇ EMPLOYE ਨਹੀਂ ਬਣੇ, ਬਲਕਿ ਟ੍ਰੇਨਿੰਗ ਵੀ ਲੈ ਰਹੇ ਨੇ ਤੇ ਆਪਣੇ ਜ਼ਿਲ੍ਹਿਆਂ 'ਚ IT ਕੰਪਨੀ ਵੀ ਖੋਲ ਰਹੇ ਨੇ। ਤੇ ਜਾਂ ਫਿਰ ਜਿਹੜਾ ਬਿਜ਼ਨਸ ਉਹ ਕਰਨਾ ਚਾਹੁੰਦੇ ਸੀ ਉਹਦੇ 'ਚ ਵੀ ਮੈਂ ਉਹਨਾਂ ਨੂੰ ਸਪੋਰਟ ਕਰਦੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਪੰਜਾਬ ਦੀ ਨੌਜਵਾਨ ਪੀੜ੍ਹੀ ਚੰਗੇ ਭਵਿੱਖ ਦੀ ਤਲਾਸ਼ ਵਿੱਚ ਬਾਹਰਲੇ ਮੁਲਕਾਂ ਨੂੰ ਵੀਰਾਂ ਕੱਤ ਰਹੀ ਹੈ, ਪਰ ਪੰਜਾਬ ਦੀ ਇੱਕ ਅਜਿਹੀ ਧੀ ਵੀ ਹੈ ਜਿਹੜੀ ਨਾ ਸਿਰਫ ਵਿਦੇਸ਼ਾਂ ਵਿੱਚ ਵਸ ਰਹੇ ਇਹਨਾਂ ਪੰਜਾਬੀ ਮੁੰਡੇ ਕੁੜੀਆਂ ਨੂੰ ਪੰਜਾਬ ਆਉਣ ਦਾ ਸੱਦਾ ਦੇ ਰਹੀ ਹੈ, ਬਲਕਿ ਉਹਨਾਂ ਨੂੰ ਪੈਰਾਂ ਤੇ ਖੜੇ ਕਰਨ ਦਾ ਜ਼ਿੰਮਾ ਵੀ ਚੁੱਕ ਰਹੀ ਹੈ। ਅਸੀਂ ਇਸ ਟਾਈਮ ਅੰਮ੍ਰਿਤਸਰ ਦੇ ਪਿੰਡ ਟਾਂਗਰਾ ਦੇ ਵਿੱਚ ਮੌਜੂਦ ਹਾਂ ਤੇ ਟਾਂਗਰਾ ਦੇ ਪਿੰਡ ਵਿੱਚ ਹੀ ਇੱਕ IT ਸੈਕਟਰੀ ਚੱਲਦੀ ਹੈ, ਜਿਸ ਦੀ ਡਿਮਾਂਡ ਅੱਜ ਨਾ ਸਿਰਫ ਪੰਜਾਬ ਦੇ ਵਿੱਚ ਹੈ, ਬਲਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕਾਂ ਤੋਂ ਵੀ ਕਲਾਇੰਟ ਇਸ ਕੰਪਨੀ ਦੇ ਨਾਲ ਜੁੜੇ ਨੇ। ਤਾਂ ਮੈਡਮ ਮਨਦੀਪ ਕੌਰ ਟਾਂਗਰਾ ਸਾਡੇ ਨਾਲ ਨੇ, ਪਹਿਚਾਣ ਦੇ ਮੁਹਤਾਜ ਨਹੀਂ ਨੇ। ਗੱਲਬਾਤ ਕਰਾਂਗੇ ਕਿ ਆਖਰ ਇਹ ਕੰਸੈਪਟ ਆਇਆ ਕਿਵੇਂ ਔਰ ਚਲਾਇਆ ਕਿਵੇਂ। ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਥੈਂਕ ਯੂ। ਪਿੰਡਾਂ ਦੇ ਲੋਕ ਪਹਿਲਾਂ ਜਾਂਦੇ ਸੀ ਬੰਬੇ, ਜਾਂਦੇ ਸੀਗੇ ਕੈਨੇਡਾ ਨੂੰ, ਅਮਰੀਕਾ ਨੂੰ। ਤੁਸੀਂ ਸੱਦਾ ਦੇ ਰਹੇ ਹੋ ਵੀ ਕੈਨੇਡਾ ਵਾਲੇ ਵੀ ਆ ਜਾਓ, ਅਮਰੀਕਾ ਵਾਲੇ ਵੀ ਆ ਜਾਓ, ਕਿਵੇਂ? ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਬਹੁਤ ਨੌਜਵਾਨ ਜਿਹੜੇ ਆ ਉਹ ਵਾਪਸ ਆ ਵੀ ਰਹੇ ਨੇ ਤੇ ਮੈਨੂੰ ਤਾਂ ਉਦੋਂ ਬੜੀ ਖੁਸ਼ੀ ਹੁੰਦੀ ਜਦੋਂ ਆ ਕੇ ਮੈਨੂੰ ਮਿਲਦੇ ਨੇ। ਸੋ ਇੱਥੇ ਹੀ ਜੇ ਮੈਂ ਸਿੰਬਾ ਕੋਟਸ ਦੀ ਗੱਲ ਕਰਾਂ ਤੇ
2 ਬੱਚੇ ਅਜਿਹੇ ਨੇ ਜਿਹੜੇ 3-3 ਸਾਲ ਕੈਨੇਡਾ ਰਹਿ ਕੇ ਆਏ ਨੇ ਤੇ ਹੁਣ ਇੱਥੇ ਆ ਕੇ ਟ੍ਰੇਨਿੰਗ ਸੈਂਟਰ ਪੂਰਾ ਆਪਾਂ ਕਿਵੇਂ ਚਲਾਉਣਾ ਹੈ ਜਾਂ ਆਪਾਂ ਆਈਟੀ ਕੰਪਨੀ ਕਿਵੇਂ ਚਲਾਉਣੀ ਆ ਉਹਨੂੰ ਸਿੱਖ ਰਹੇ ਨੇ ਤੇ ਉਹਨਾਂ 'ਚ ਜਜ਼ਬਾ ਇਹੋ ਜਿਹਾ ਕਿ ਅਸੀਂ EMPLOYE ਨਹੀਂ, ਅਸੀਂ ਮੈਮ ਤੁਹਾਡੇ ਵਰਗਾ ਸੈਂਟਰ ਹੀ ਆਪਣੇ ਆਪਣੇ ਜ਼ਿਲ੍ਹੇ 'ਚ ਖੋਲ੍ਹਣਾ। ਤੇ ਇਸੇ ਤਰ੍ਹਾਂ ਹੀ ਮੈਂ ਕੁਝ ਦਿਨ ਪਹਿਲਾਂ ਹੀ ਮੇਰੀ ਮੁਲਾਕਾਤ ਅਮਾਨਤ ਮੈਮ ਇੱਕ ਹੈਗੇ ਉਹਨਾਂ ਦੇ ਨਾਲ ਹੋਈ। ਉਹਨਾਂ ਨੇ ਬੋਇੰਗ 'ਚ ਕੰਮ ਕੀਤਾ ਹੈ, ਦੁਨੀਆ ਦੀ ਸਭ ਤੋਂ ਵੱਡੀ ਜਹਾਜ਼ ਬਣਾਉਣ ਵਾਲੀ ਕੰਪਨੀ 'ਚ। US ਤੋਂ ਉਹ ਸਾਨੂੰ ਲਗਾਤਾਰ ਫੋਲੋ ਕਰਦੇ, ਇੱਥੇ ਆ ਕੇ ਮੈਨੂੰ ਮਿਲੇ, ਇੱਥੇ ਆ ਕੇ ਉਹਨਾਂ ਨੇ ਵੀ ਮੈਨੂੰ ਜੁਆਇਨ ਕੀਤਾ ਕਿ ਅਸੀਂ ਮਿਲ ਕੇ ਜਿਹੜਾ ਵਾ ਇੱਕ ਵਾਰੀ ਪੂਰਾ ਇਹਨੂੰ ਸਮਝ ਕੇ ਤੇ ਅਸੀਂ ਫਿਰ ਇਹਨੂੰ ਦੂਜੇ ਜ਼ਿਲ੍ਹਿਆਂ 'ਚ ਜਿਹੜਾ ਵਾ ਉਹ ਇੰਪਲੀਮੈਂਟ ਕਰੀਏ। ਤੇ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਹੈ ਉਹ ਬਸ ਬਣਦੀਆਂ ਜਾ ਰਹੀਆਂ ਤੇ ਆਈ ਐਮ ਵੈਰੀ ਵੈਰੀ ਪੋਜ਼ਿਟਿਵ ਅਬਾਊਟ ਇਟ। ਇਹ ਬੜੀ ਵੱਡੀ ਜ਼ਿੰਮੇਵਾਰੀ ਗੱਲ ਹੁੰਦੀ ਹੈ। ਇੱਕ ਤਾਂ ਬੰਦੇ ਨੂੰ ਬਾਹਰੋਂ ਸੱਦ ਲੈਣਾ ਵੀ ਭਾਈ ਆ ਜਾ ਪੰਜਾਬ ਨੂੰ, ਫਿਰ ਪੰਜਾਬ ਆ ਭਾਈ ਕੰਮ ਵੀ ਸਿਖਾਵਾਂਗੇ ਤੇ ਕੰਮ ਦੇਵਾਂਗੇ ਵੀ, ਬੜਾ ਵੱਡਾ ਚੈਲੰਜ ਸੀਗਾ। ਫਿਰ ਇੱਕ ਪਿੰਡ ਤੋਂ ਸ਼ੁਰੂਆਤ, ਰਿਵਰਸ ਮਾਈਗ੍ਰੇਸ਼ਨ, ਥੋੜਾ ਜਿਹਾ ਰਿਵਰਸ ਮਾਈਗ੍ਰੇਸ਼ਨ ਤੇ ਜ਼ਰੂਰ ਅੱਜ ਦੱਸਿਓ, ਇਹਨੂੰ ਥੋੜਾ ਜਿਹਾ ਸੰਖੇਪ ਦੇ ਵਿੱਚ ਸਮਝਾ ਦਿਓ ਵੀ ਆਖਰ ਹੈ ਕੀ ਹੈ, ਬੰਦੇ ਨੂੰ ਮੋਟੀਵੇਟ ਕਰਨਾ ਕਿਵੇਂ ਪੰਜਾਬ। ਹਾਂਜੀ। ਸੋ ਰਿਵਰਸ ਮਾਈਗ੍ਰੇਸ਼ਨ ਤੋਂ ਸਾਡਾ ਭਾਵ ਹੈ ਕਿ ਵਤਨ ਵਾਪਸੀ। ਮੈਨੂੰ ਇਹ ਮੈਂ ਬਿਲੀਵ ਕਰਦੀ ਕਿ ਤੁਸੀਂ ਜਿਹੜਾ ਬੈਸਟ ਆਊਟਪੁੱਟ ਆਪਣਾ ਉਹ ਆਪਣੀ ਧਰਤੀ ਤੇ ਹੀ ਦੇ ਸਕਦੇ ਹੋ। ਸਾਨੂੰ ਲੱਗਦਾ ਤੇ ਹੈ ਕਿ ਅਸੀਂ ਦੂਸਰੇ ਕੰਟਰੀ 'ਚ ਜਿਹੜਾ ਚੱਲ ਗਏ ਹਾਂ ਤੇ ਉੱਥੇ ਜਾ ਕੇ ਅਸੀਂ ਅਮੀਰ ਹੋ ਗਏ ਹਾਂ, ਪਰ ਸਾਨੂੰ ਉੱਥੇ ਅਸੀਂ ਇੱਕ ਸਮਝੋ ਕਿ 5 ਕਰੋੜ ਦਾ ਘਰ ਲੈਂਦੇ ਹਾਂ 30 ਸਾਲਾਂ ਦੇ ਵਿੱਚ ਜਾਂ 20 ਸਾਲਾਂ ਦੇ ਵਿੱਚ, ਤੇ ਫਿਰ ਤੁਹਾਨੂੰ ਵੀ ਇਹ ਪਤਾ ਕਿ 5 ਕਰੋੜ ਕਮਾਉਣ ਲਈ, 5 ਕਰੋੜ ਦਾ ਮੁਨਾਫਾ ਕਰਨ ਲਈ ਤੁਸੀਂ ਦੱਸੋ ਕਿੰਨੀ ਮਿਹਨਤ ਕਰਨੀ ਪਏਗੀ। ਮੁਨਾਫਾ ਕਹਿ ਰਹੀ ਮੈਂ, 30 ਕਰੋੜ ਦੀ ਮਿਹਨਤ ਕਰੋਗੇ ਤੇ ਜਾਂ 20 ਕਰੋੜ ਦੀ ਮਿਹਨਤ, ਫਿਰ ਤੁਹਾਡਾ 5 ਕਰੋੜ ਬਣੇਗਾ। ਠੀਕ ਹੈ, ਕੀ ਤੁਸੀਂ ਆਪਣੀ ਜਵਾਨੀ, ਆਪਣਾ ਜੋਸ਼, ਆਪਣੀ ਜਿਹੜੀ ਜਾਨ ਆ ਉਹ ਇੱਕ ਘਰ ਬਣਾਉਣ ਤੇ ਲਾ ਦੋਗੇ, 30 ਕਰੋੜ ਕਮਾਉਣ ਤੇ ਲਾ ਦੋਗੇ, ਤੇ ਬਾਕੀ ਕੰਮ ਤੁਸੀਂ ਕਦੋਂ ਕਰੋਗੇ? ਇੱਥੇ ਸਾਡੇ ਆਪਣੇ ਘਰ ਆ, ਆਪਣਾ ਆਲਾ ਦੁਆਲਾ ਵਾ, ਹਰ ਚੀਜ਼ ਇੱਥੇ ਅਵੇਲੇਬਲ ਆ। ਮੇਰੇ ਵਰਗੇ ਬੱਚੇ ਜਿਹੜੇ ਕਿ ਆਪਣੀ ਫੀਸ ਨਹੀਂ ਕੰਪਲੀਟ ਕਰ ਸਕਦੇ ਉਹ ਕਰ ਸਕਦੇ ਆ, ਤੇ ਜਾਂ ਇੰਨੇ ਲੋਕ ਜਿਹੜੇ ਆ ਉਹ ਵਾਪਸ ਆ ਕੇ ਇੱਥੇ ਵੱਖ-ਵੱਖ ਬਿਜ਼ਨਸ ਕਰ ਵੀ ਰਹੇ ਨੇ। ਤੁਸੀਂ ਵੀ ਕਈ ਉਦਾਹਰਨਾਂ ਕਵਰ ਕਰਦੇ ਹੋ। ਠੀਕ ਹੈ, ਸੋ ਪੰਜਾਬ ਦੇ ਵਿੱਚ ਬਹੁਤ ਪੋਜ਼ਿਟਿਵ ਜਿਹੜੀਆਂ ਉਦਾਹਰਨਾਂ ਹੁਣ ਬਣ ਚੁੱਕੀਆਂ ਤੇ ਆਉਣ ਵਾਲੇ ਸਮੇਂ 'ਤੇ ਜਿਹੜੀਆਂ ਉਹ ਬਣ ਰਹੀਆਂ ਨੇ। ਬੜਾ ਜ਼ਬਰਦਸਤ ਕੰਮ ਕੀਤਾ ਜਾਏਗਾ ਰਿਵਰਸ ਮਾਈਗ੍ਰੇਸ਼ਨ 'ਤੇ, ਕਿਉਂਕਿ ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ ਵੱਖ-ਵੱਖ ਕੰਟਰੀਜ਼ ਤੋਂ, ਉਹ ਕੋਈ ਚੰਗੀਆਂ ਨਹੀਂ ਹੈਗੀਆਂ। ਕੁੜੀਆਂ ਨੂੰ ਲੈ ਕੇ, ਮੁੰਡਿਆਂ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ, ਕੰਮ ਨੂੰ ਲੈ ਕੇ, ਕਿਸ਼ਤਾਂ ਨੂੰ ਲੈ ਕੇ, ਸਟ੍ਰੈਸ ਨੂੰ ਲੈ ਕੇ, ਗੁਰਦੁਆਰਿਆਂ ਦਾ ਇੰਨਾ ਵੀ ਬਜਟ ਨਹੀਂ ਹੁਣ ਰਿਹਾ ਕਿ ਉਹ ਮਰੇ ਹੋਏ ਬੰਦੇ ਦੀ ਲਾਸ਼ ਇੱਥੇ ਭੇਜ ਦੇਣ। ਠੀਕ ਹੈ ਨਾ, ਸੋ ਕਿਹਦੀ ਭੇਜਣਗੇ? ਸੋ ਇਟ ਇਜ਼ ਸਮਥਿੰਗ ਕਿ ਜਿਹੜਾ ਸਾਨੂੰ ਛੇਤੀ ਰੀਅਲਾਈਜ਼ ਕਰ ਲੈਣਾ ਚਾਹੀਦਾ ਹੈ ਕਿ ਜਿਹੜਾ ਅਸੀਂ ਘੁੰਮ ਘਮਾ ਕੇ ਲੱਖ ਰੁਪਇਆ ਇੱਥੇ ਭੇਜਣਾ ਮਹੀਨੇ ਬਾਅਦ, ਉਹ ਅਸੀਂ ਇੱਥੇ ਕਿਉਂ ਨਾ ਕਮਾ ਲਈਏ ਕਿ ਸਾਡਾ ਆਪਣਾ ਘਰ ਆ, ਹਰ ਚੀਜ਼ ਆ। ਪੰਜਾਬ 'ਚ ਵੀ ਬੜੀ ਆਜ਼ਾਦੀ ਹੈ ਹੁਣ। ਮੈਂ ਕਈ ਵਾਰ ਕਹਿੰਦੀ ਕਿ ਤੁਸੀਂ ਇੱਥੇ ਰੋਜ਼ ਜੀਨ ਪਾ ਸਕਦੀਆਂ ਕੁੜੀਆਂ ਪੰਜਾਬ ਦੇ ਵਿੱਚ, ਠੀਕ ਆ, ਆਪਣੀ ਮਤਲਬ ਦੀ ਡਰੈਸ ਪਾ ਸਕਦੀਆਂ ਵਾ, ਕੀ ਤੁਸੀਂ ਉੱਥੇ ਰੋਜ਼ ਸੂਟ ਪਾ ਸਕਦੇ ਹੋ? ਠੀਕ ਹੈ, ਹਰ ਜਗ੍ਹਾ ਤੇ ਪਾ ਕੇ ਜਾ ਸਕਦੇ ਹੋ। ਠੀਕ ਹੈ, ਇੱਥੇ ਤੁਸੀਂ ਇੰਗਲਿਸ਼ ਵੀ ਬੋਲ ਸਕਦੇ ਹੋ, ਹਿੰਦੀ ਵੀ ਬੋਲ ਸਕਦੇ ਹੋ, ਕੀ ਤੁਸੀਂ ਉੱਥੇ ਹਰ ਜਗ੍ਹਾ ਪੰਜਾਬੀ ਬੋਲ ਸਕਦੇ ਹੋ? ਸੋ ਆਜ਼ਾਦ ਅਸੀਂ ਉੱਥੇ ਨਹੀਂ, ਆਜ਼ਾਦ ਅਸੀਂ ਇੱਥੇ ਆ। ਕਿੱਥੇ ਖੜੀ ਹੈ ਮੈਂ ਸਿੰਬਾ ਕੋਸਟ ਤੁਹਾਡੀ? ਮੈਂ ਪਹਿਲਾਂ ਵੀ ਇੰਟਰਵਿਊ ਤੁਹਾਡਾ ਕਰਕੇ ਗਿਆ ਸੀਗਾ। ਇੱਕ ਛੋਟੀ ਜੀ ਬਿਲਡਿੰਗ ਦੇ ਵਿੱਚ ਇੱਕ ਦੇਸੀ ਜਿਹੇ ਤਰੀਕੇ ਦੇ ਨਾਲ ਦਫ਼ਤਰ ਬਣਾਇਆ ਗਿਆ ਸੀ, IT ਕੰਪਨੀ ਬਣਾਈ ਗਈ ਸੀ, ਉੱਥੋਂ ਚੱਲ ਰਿਹਾ ਸੀਗਾ। ਅੱਜ ਸਿੰਬਾ ਕੋਸਟ ਕਿੱਥੇ ਖੜੀ ਯਾਰ? ਅਸਰ ਤੁਸੀਂ ਦੱਸਿਆ ਵੀ ਅਮਰੀਕਾ ਕੈਨੇਡਾ ਤੋਂ ਲੋਕ ਫੋਲੋ ਨਹੀਂ ਕਰ ਰਹੇ, ਇੱਥੇ ਆ ਵੀ ਰਹੇ ਨੇ, ਕੰਮ ਕਰ ਰਹੇ ਨੇ। ਅੱਜ ਕਿੱਥੇ ਖੜੀ ਹੈ ਕੰਪਨੀ? ਬਹੁਤ ਹੀ ਬਿਹਤਰੀਨ ਮਤਲਬ ਕਿ ਪੋਜੀਸ਼ਨ ਹੁਣ ਬਣ ਚੁੱਕੀ ਹੈ। ਕਰੋਨਾ ਕਰਕੇ ਅਸੀਂ ਕਾਫੀ ਜਿਹੜੀ ਆ ਪ੍ਰੋਬਲਮ ਫੇਸ ਕੀਤੀਆਂ ਤੇ ਹੋਰ ਅਪ ਐਂਡ ਡਾਊਨਸ ਕੰਪਨੀ 'ਚ ਬਹੁਤ ਆਏ ਨੇ, ਬਟ ਹੁਣ ਜੇ ਮੈਂ ਕਰੰਟ ਗੱਲ ਕਰਾਂ ਤੇ ਅਸੀਂ ਕਾਫੀ ਪਿਛਲੇ 6 ਮਹੀਨੇ ਤੋਂ ਸਟੇਬਲ ਹੋ ਚੁੱਕੇ ਹਾਂ ਤੇ ਇਹਦੇ ਤੋਂ ਅਸੀਂ ਹੋਰ ਅੱਗੇ ਵਧਾਂਗੇ। ਹਾਲਾਂਕਿ ਪਿਛਲੇ ਸਾਲਾਂ 'ਚ ਵੀ ਸਾਨੂੰ ਕੋਈ ਸਰਕਾਰ ਤੋਂ ਕੋਈ ਕਿਸੇ ਤਰ੍ਹਾਂ ਦਾ ਇਹ ਨਹੀਂ ਕਿ ਸਾਨੂੰ ਕੋਈ ਪਾਲਿਸੀ 'ਚ ਅਸੀਂ ਆ ਗਏ ਹਾਂ ਜਾਂ ਫਿਰ ਸਾਨੂੰ ਇੰਨੇ ਸਾਰੇ ਦਿਗਜ ਸਿਆਸਤਦਾਨਾਂ ਨੇ ਵਿਜ਼ਿਟ ਕੀਤਾ ਤੇ ਸਾਨੂੰ ਕਿਸੇ ਤਰ੍ਹਾਂ ਦੀ ਮਦਦ ਮਿਲ ਗਈ ਆ, ਪਰ ਫਿਰ ਵੀ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਇੱਕ ਅੱਛੀ ਮਾਰਕੀਟਿੰਗ ਹੋ ਗਈ, ਲੋਕਾਂ ਨੂੰ ਸਾਡੇ ਬਾਰੇ ਹੋਰ ਪਤਾ ਲੱਗਾ। ਪਰ ਆਈਡਲੀ ਜਿਹੜਾ ਦੇਖਿਆ ਜਾਵੇ ਕਿ ਕੰਪਨੀ ਨੇ ਜਾਂ ਕੰਪਨੀ ਦੇ ਜਿਹੜੇ EMPLOYEES ਆ ਉਹ ਵਧੀਆ ਨੇ, ਉਹਨਾਂ ਨੇ ਅਸੀਂ ਇੱਥੇ ਕਰੀਮ EMPLOYEES ਹੀ ਰੱਖਦੇ ਹਾਂ ਜਾਂ ਉਹਨਾਂ ਨੂੰ ਬਹੁਤ ਵਧੀਆ ਟ੍ਰੇਨ ਕਰਦੇ ਹਾਂ। ਉਹਨਾਂ ਦਾ ਜਿਹੜੀ ਮਿਹਨਤ ਦੱਸਦੀ ਹੈ ਕਿ ਅਸੀਂ ਪੂਰੇ ਜਜ਼ਬੇ ਨਾਲ ਇੱਥੇ ਜਿਹੜੇ ਲੱਗੇ ਹੋਏ ਹਾਂ। ਅਸੀਂ ਹਰ ਮਹੀਨੇ ਗਰੋ ਹੀ ਕਰ ਰਹੇ ਹਾਂ। ਹੁਣ ਅਸੀਂ ਇਸ ਟਾਈਮ 130+ EMPLOYEES ਜਿਹੜੇ ਹੋ ਗਏ ਆ। ਅੱਜ ਤੱਕ ਦਾ ਹਾਈਐਸਟ ਨੰਬਰ ਸਾਡਾ ਜਿਹੜਾ ਉਹ ਚੱਲ ਰਿਹਾ ਹੈ। ਝਬਾਲ ਦੇ ਵਿੱਚ ਸਾਡਾ ਸੈਂਟਰ ਚੱਲ ਰਿਹਾ, ਤਰਨਤਾਰਨ ਦੇ ਵਿੱਚ, ਮੋਹਾਲੀ ਦੇ ਵਿੱਚ ਸਾਡਾ 74 ਦੇ ਵਿੱਚ ਸਾਡਾ ਜਿਹੜਾ ਆਫਿਸ ਆਇਆ, ਕਿਉਂਕਿ ਅਸੀਂ ਸਮਝੋ ਕਿ 10 ਦੇ ਵਿੱਚੋਂ 3 ਆਫਿਸ ਜਿਹੜੇ ਅਸੀਂ ਸ਼ਹਿਰ 'ਚ ਬਣਾਵਾਂਗੇ ਜਿੱਥੇ ਸਾਡੇ ਸੇਲਸ ਐਂਡ ਮਾਰਕੀਟਿੰਗ ਆਫਿਸਿਸ ਹੋਣਗੇ, ਤੇ 7 ਜਿਹੜੇ ਆਫਿਸ 10 ਦੇ ਵਿੱਚੋਂ ਅਸੀਂ ਪਿੰਡਾਂ ਦੇ ਵਿੱਚ ਬਣਾਵਾਂਗੇ ਜਿੱਥੇ ਕਿ 100 ਬੰਦਿਆਂ ਦੀ ਜਿਹੜੀ ਉਹ ਟੀਮ ਕੰਮ ਕਰ ਰਹੀ ਹੋਏਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਲੰਧਰ ਦੇ ਵਿੱਚ
ਬੜਾ ਹੌਟ ਸਾਡੀ ਕੰਮ ਚੱਲ ਰਿਹਾ ਹੈ ਕਰੰਟਲੀ। ਸੋ ਜਲੰਧਰ ਦੇ ਵਿੱਚ, ਬਠਿੰਡਾ ਦੇ ਵਿੱਚ, ਤਰਨਤਾਰਨ, ਮੋਹਾਲੀ ਤੇ ਟਾਂਗਰਾ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਅੱਧਾ ਸੈਂਟਰ ਅਸੀਂ ਹੋਰ ਲੈ ਕੇ ਆਵਾਂਗੇ। ਅੱਛਾ, ਮੇਰੇ ਯਾਦ ਹੈ ਭਗਵੰਤ ਮਾਨ ਹੋਰਾਂ ਦਾ ਵੀ ਇੱਕ ਬਿਆਨ ਆਇਆ ਸੀ, ਓਪਨਲੀ ਸਪੀਚ ਸੀਗੀ ਉਹਨਾਂ ਦੀ, ਵੀ ਗੋਰੇ ਕੰਮ ਕਰਨ ਆਉਣਗੇ ਪੰਜਾਬ, ਗੋਰੇ ਸਾਡੇ ਦਫ਼ਤਰਾਂ 'ਚ ਕੰਮ ਕਰਨਗੇ, ਜਿਵੇਂ ਸਾਡੇ ਪੰਜਾਬ ਦੇ ਨੌਜਵਾਨ ਜਾਂਦੇ ਨੇ। ਕੀ ਸ਼ੁਰੂਆਤ ਕਰਤੀ ਹੈ ਤੁਸੀਂ ਇੱਥੋਂ, ਫਿਰ ਗੋਰੇ ਆਉਣਗੇ ਆਉਣ ਵਾਲੇ ਸਮੇਂ 'ਚ? ਮੈਂ ਕਿੰਨੀ ਕੰਮ ਕਰਨ ਨਾ ਆਉਣ ਕਰਵਾ ਹੀ ਲੈਣ ਸਾਡੇ ਤੋਂ, ਤੇ ਮੈਂ ਕਿੰਨੀ ਤਾਂ ਵੀ ਸਾਡੀ ਉਪਲਬਧੀ ਆ। ਸੋ ਪਿੱਛੇ ਜੇ ਸਾਡਾ ਇੱਕ ਬੜਾ ਅੱਛੀ ਕੰਪਨੀ ਸੋਲਮ ਕਰਕੇ, ਨੈਟ ਤੇ ਵੀ ਸਰਚ ਕਰ ਸਕਦੇ ਲੋਕ ਉਹਨੂੰ। ਸੋ ਵਨ ਆਫ ਦੀ ਲਾਰਜੈਸਟ ਸਿਰਿੰਜਸ ਜਿਹੜੀਆਂ ਕੰਪਨੀ ਬਣਾਉਂਦੀ ਆ ਵਰਲਡ ਦੀਆਂ, ਉਹਨਾਂ 'ਚੋਂ ਇੱਕ ਕੰਪਨੀ ਆ। ਸੋ ਉਹਨਾਂ ਦਾ ਇੱਕ ਆਲਮੋਸਟ ਲਾਓ ਕਿ 10,000 ਤੱਕ ਡਾਲਰ ਦਾ ਬਜਟ ਸੀ, ਪਰ ਉਹਨਾਂ ਦੀ ਪ੍ਰੋਬਲਮ ਨਹੀਂ ਸੋਲਵ ਹੋ ਰਹੀ, ਟੈਕਨੀਕਲ ਪ੍ਰੋਬਲਮ, ਕੋਡਿੰਗ ਰਿਲੇਟਡ ਪ੍ਰੋਬਲਮ। ਠੀਕ ਹੈ, ਸੋ ਮੇਰਾ ਬ੍ਰਦਰ ਜਿਹੜਾ ਉਹ ਥਾਪਰ ਦਾ ਪੜਿਆ। ਦੈਨ ਸਾਡੇ ਕੋਲ ਇੱਥੇ ਬੜੇ ਫੈਂਟੈਸਟਿਕ ਇੰਜੀਨੀਅਰਸ ਹੈਗੇ ਨੇ, ਬਹੁਤ ਅੱਛੇ ਬੱਚੇ ਨੇ, ਮਿਹਨਤੀ ਬੱਚੇ ਨੇ। ਠੀਕ ਹੈ, ਸੋ ਉਹਨਾਂ ਦਾ ਜਿਹੜਾ ਕੰਮ ਆ ਉਹ ਇਹਨਾਂ ਨੇ 3 ਦਿਨ ਦੇ ਵਿੱਚ ਕਰਕੇ ਦਿੱਤਾ ਉਹਨੂੰ। ਉਹ ਬੰਦਾ ਇੰਨਾ ਇੰਪ੍ਰੈਸ ਹੋ ਗਿਆ। ਉਹ US ਦਾ ਰਹਿਣ ਵਾਲਾ ਹੈ, ਠੀਕ ਹੈ, ਮਤਲਬ ਤੇ ਪੋਲੈਂਡ 'ਚ ਉਹਦਾ ਜਨਮ ਹੋਇਆ ਸੀ। ਤਾਂ ਲਾਈਕ ਇੰਡੀਆ 'ਚ ਪਹਿਲੀ ਵਾਰੀ ਜਦੋਂ ਦਿੱਲੀ ਆਇਆ ਤੇ ਉਹਨੇ ਸੋਚਿਆ ਕਿ ਮੈਂ ਇੱਥੇ ਵਿਜ਼ਿਟ ਕਰਨਾ ਵਾ, ਕਿ ਜਿਨ੍ਹਾਂ ਨੇ ਇਹ ਇੰਨਾ ਵੱਡੇ ਬਜਟ ਦਾ ਮੇਰਾ ਕੰਮ ਸੀ ਤੇ ਮੇਰਾ ਵੱਡੀ ਤੋਂ ਵੱਡੀ ਜਗ੍ਹਾ ਤੋਂ ਵੀ ਹੋ ਨਹੀਂ ਸੀ ਰਿਹਾ, ਪਰ ਇਹਨਾਂ ਨੇ ਕਿਹੜੇ ਪਿੰਡ 'ਚ ਬਹਿ ਕੇ 3 ਦਿਨ 'ਚ ਮੇਰਾ ਕੰਮ ਕਰਤਾ ਤੇ ਮੇਰੀ ਪ੍ਰੋਬਲਮ ਜਿਹੜੀ ਸੋਲਵ ਕਰਤੀ। ਸੋ ਸਾਡੇ ਕੋਲ ਜਿਹੜੀ ਹੈ ਨਾ, ਜਿਹੜੀ ਪ੍ਰੋਬਲਮ ਸੋਲਵ ਕਰਨੀ ਆ ਉਹ ਟਾਂਗਰੇ ਬਹਿ ਕੇ ਵੀ ਹੋ ਸਕਦੀ ਆ। ਜਿਹੜਾ ਅਸੀਂ ਕੋਡਿੰਗ ਦਾ ਕੰਮ ਕਰਨਾ, ਵੈਬਸਾਈਟ ਬਣਾਉਣੀ ਆ, ਡਿਜੀਟਲ ਮਾਰਕੀਟਿੰਗ ਕਰਨੀ, ਗ੍ਰਾਫਿਕਸ ਕਰਨਾ ਵਾ ਨਾ, ਉਹ ਬੈਸਟ ਜੇ ਬਣਾਉਣਾ ਸਮਝੋ, ਇੱਥੇ ਬਹਿ ਕੇ ਅਸੀਂ ਸਤਿੰਦਰ ਸਰਤਾਜ ਦਾ ਕੰਮ ਕਰਨਾ ਹੈ। ਠੀਕ ਹੈ, ਇੱਥੇ ਬਹਿ ਕੇ ਅਸੀਂ ਪ੍ਰਾਈਮ ਮਿਨਿਸਟਰ ਦਾ ਕੰਮ ਕਰਨਾ ਹੈ। ਤੇ ਮੈਨੂੰ ਇਹ 101% ਸ਼ੋਰਿਟੀ ਹੈ ਕਿ ਸਾਡੀ ਟੀਮ ਜਿਹੜੀ ਉਹ ਕਰ ਸਕਦੀ ਆ, ਕਰਕੇ ਦਿਖਾਉਂਦੀ ਹੈ, ਤੇ ਗੋਰੇ ਇੱਥੇ ਵਿਜ਼ਿਟ ਕਰਦੇ ਨੇ। ਬੜੀ ਇਹ ਗੱਲਾਂ ਮਾਇਨੇ ਰੱਖਦੀਆਂ ਨੇ, ਵੀ ਵਾਕਿਆ ਜਿਹੜੀਆਂ ਗੱਲਾਂ ਆਪਾਂ ਸਟੇਜਾਂ ਤੋਂ ਵੱਡੇ ਲੀਡਰ ਕਰਦੇ ਨੇ ਉਹ ਗਰਾਊਂਡ ਲੈਵਲ ਤੇ ਹੋ ਵੀ ਰਹੀਆਂ ਨੇ। ਕਿੰਨੇ ਕੁ ਵਿਦਿਆਰਥੀ ਹੈਗੇ ਨੇ ਜਿਹੜੇ ਫਾਈਲਾਂ ਲੱਗੀਆਂ ਸੀ, ਕਹਿੰਦੇ ਉਹ ਵੀ ਮੁੜ ਕੇ ਆ ਗਏ, ਫਾਈਲਾਂ ਵਾਪਸ ਲੈ ਕੇ ਆ ਗਏ ਏਜੰਟ ਤੋਂ, ਵੀ ਨਹੀਂ ਭਾਈ ਬਾਹਰ ਨਹੀਂ ਜਾਣਾ, ਇੱਥੇ ਹੀ ਕੰਮ ਕਰ। ਦੇਖੋ, ਜਦੋਂ ਇਹ ਕੰਪਨੀ ਨਹੀਂ ਖੁੱਲੀ ਸੀ ਟਾਂਗਰੇ 'ਚ, ਠੀਕ ਹੈ, ਤੇ ਸਾਰਿਆਂ ਦੀ ਫਾਈਲਾਂ ਲੱਗੀਆਂ ਹੀ ਸੀ। ਠੀਕ ਹੈ, ਇੱਥੇ ਜਿਹੜੇ ਵਧੀਆ ਤੋਂ ਵਧੀਆ ਇੰਜੀਨੀਅਰਸ ਆ, ਵਧੀਆ ਤੋਂ ਵਧੀਆ ਜਿਹੜੇ ਬੱਚੇ ਆ, ਉਹ ਭਾਵੇਂ ਸਾਡੇ ਅੱਜ ਲੱਖ ਰੁਪਏ ਤਨਖਾਹ ਲੈ ਰਹੇ ਹੋਣ, ਸਾਡੇ ਪਿੰਡਾਂ ਦੇ ਹੀ ਹੋਣ, ਉਹਨਾਂ ਨੇ ਵੀ ਕਦੀ ਸੋਚਿਆ ਹੀ ਸੀ ਕਿ ਬਾਹਰ ਜਾਣਾ। ਠੀਕ ਹੈ, ਸੋ ਉਹਨਾਂ ਨੇ ਵੀ ਸੋਚਿਆ ਸੀ ਕਿ ਬਾਹਰ ਜਾਵਾਂਗੇ ਤੇ ਘਰ 50,000 ਭੇਜ ਸਕਦੇ ਮਹੀਨੇ ਦਾ। ਠੀਕ ਹੈ, ਸੋ ਹਰ ਬੱਚਾ ਸੋਚਦਾ, ਪਿੰਡਾਂ ਦੇ ਬੱਚੇ ਮਿਹਨਤੀ ਹੁੰਦੇ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਆ। ਪਿੰਡਾਂ ਦੇ ਬੱਚਿਆਂ ਨੂੰ ਜੇ ਰਾਹ ਦਿਖਾ ਦਈਏ ਤੇ ਜਾਨ ਪੂਰੀ ਲਾ ਸਕਦੇ ਆ। ਠੀਕ ਹੈ, ਸੋ ਉਹ ਕਿ ਜਾਨ ਇਹਨਾਂ 'ਚ ਹੈਗੀ ਕਿ ਜਜ਼ਬਾ ਹੈਗਾ ਸੀ, ਬਟ ਸਾਡੀ ਕੰਪਨੀ ਨੇ ਉਹਨਾਂ ਨੂੰ ਪਲੇਟਫਾਰਮ ਇੰਨਾ ਵਧੀਆ ਦੇ ਦਿੱਤਾ ਕਿ ਉਹਨਾਂ ਨੇ ਜਿਹੜਾ ਕਰਕੇ ਦਿਖਾਇਆ। ਇੱਥੇ ਬਹੁਤ ਬੱਚੇ ਆ ਜਿਹੜੇ ਡੈਫੀਨੇਟਲੀ ਇੱਥੇ ਨਾ ਹੁੰਦੇ ਤੇ ਬਾਹਰ ਹੀ ਜਾਂਦੇ, ਪਰ ਹੁਣ ਨਹੀਂ ਜਾਣਗੇ। ਉਹ ਹੈਗੇ ਨੇ ਇੱਥੇ ਬੈਠ ਗਏ ਨੇ ਆ ਕੇ। ਅੱਛਾ ਮੈਡਮ, ਹੈਗੇ ਐਗਜ਼ਾਮਪਲਸ ਵੀ ਜਿਹੜੇ ਤੁਹਾਡੇ ਕੋਲ ਇਸ ਟਾਈਮ, ਜਿਵੇਂ ਇਹਨਾਂ ਦੇ ਮੈਮ ਉਹਨਾਂ ਦੀ ਗੱਲ ਕਰ ਰਹੇ ਸੀ, ਕਹਿੰਦੇ ਵੀ ਵੱਡੇ ਸ਼ਹਿਰ ਨੂੰ ਛੱਡ ਕੇ ਇੱਥੇ ਆਏ ਆ, ਉਹਨਾਂ ਲਈ ਤਾਂ ਸੋਚਣਾ ਵੀ ਔਖਾ ਹੁੰਦਾ ਵੀ ਪਿੰਡ ਦੇ ਵਿੱਚ IT ਕੰਪਨੀ ਜੁਆਇਨ ਕਰਨੀ। ਮੈਮ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਜੋਤ ਕੌਰ ਹੈ। ਕਿੱਥੇ ਦੇ ਰਹਿਣ ਵਾਲੇ? ਮੈਂ ਅੰਮ੍ਰਿਤਸਰ ਦੀ ਹੀ ਰਹਿਣ ਵਾਲੀ ਹਾਂ। ਤੇ ਪਹਿਲਾਂ ਕਿੱਥੇ ਸੀਗੇ, ਸਟੱਡੀ ਕਿੱਥੋਂ ਕੀਤੀ ਔਰ ਜੌਬ ਕਿੱਥੇ ਸ਼ੁਰੂਆਤ ਕੀਤੀ? ਓਕੇ ਜੀ, ਮੈਂ ਸਟੱਡੀ ਕੀਤੀ ਹੈ ਬੈਚਲਰਸ, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੜ੍ਹੀ ਹੋਈ ਹਾਂ, ਤੇ ਫਿਰ ਮਾਸਟਰਸ ਵੀ ਮੈਂ ਉੱਥੋਂ ਹੀ ਕੀਤੀ ਸੀ। ਦੈਨ ਮੈਂ 1.5 ਸਾਲ ਮੋਹਾਲੀ ਕੰਪਨੀ ਦੇ ਵਿੱਚ ਕੰਮ ਕੀਤਾ ਐਜ਼ ਅ ਬਿਜ਼ਨਸ ਐਨਾਲਿਸਟ। ਦੈਨ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਲਿੰਕਡਇਨ ਤੇ ਦੇਖਿਆ ਸਿੰਬਾ ਕੁਆਡਸ ਬਾਰੇ, ਤੇ ਮੈਨੂੰ ਇਹ ਕੰਪਨੀ ਨੂੰ ਮਤਲਬ ਕਿ ਇਹਨਾਂ ਦੀ ਪੋਸਟ ਵਗੈਰਾ ਪੜ੍ਹ ਕੇ ਜੋ ਵੀ ਸੀ, ਮੈਂ ਬਹੁਤ ਜ਼ਿਆਦਾ ਇੰਪ੍ਰੈਸ ਹੋਈ। ਤੇ ਮੈਨੂੰ ਇਹ ਸੀ ਕਿ ਜਦ ਮੇਰੇ ਹੋਮ ਟਾਊਨ ਦੇ ਵਿੱਚ ਹੀ ਇੰਨੀ ਵਧੀਆ ਕੰਪਨੀ ਹੈਗੀ ਹੈ, ਤੇ ਕਿਉਂ ਨਾ ਮੈਂ ਮੋਹਾਲੀ ਛੱਡ ਕੇ ਇੱਥੇ ਆ ਕੇ ਜੌਬ ਕਰਾਂ। ਤੇ ਹੁਣ ਮੈਨੂੰ ਇੱਥੇ ਜੌਬ ਕਰਦਿਆਂ ਹੋਇਆ ਆਲਰੇਡੀ 1.25 ਸਾਲ ਹੋ ਗਿਆ, ਐਂਡ ਇੱਥੇ ਆਈ ਐਮ ਵਰਕਿੰਗ ਐਜ਼ ਅ ਪ੍ਰੋਜੈਕਟ ਮੈਨੇਜਰ ਨਾਓ। ਰਿਸਕ ਨਹੀਂ ਲੱਗਾ ਸੀਗਾ ਵੀ ਮੋਹਾਲੀ ਛੱਡ ਕੇ ਪਿੰਡ 'ਚ ਜਾਣਾ ਨੌਕਰੀ? ਨਹੀਂ ਸਰ, ਮੈਨੂੰ ਬਹੁਤ ਵਧੀਆ ਲੱਗਾ ਸੀ ਕਿ ਲਾਈਕ ਇੱਕ ਤੇ ਮੈਂ ਮਤਲਬ ਕਿ ਸਵੇਰੇ ਘਰੋਂ ਆ ਕੇ ਸ਼ਾਮੀ ਫਿਰ ਆਪਣੇ ਘਰ ਜਾਵਾਂਗੀ, ਤੇ ਮੋਹਾਲੀ ਇੱਦਾਂ ਸੀ ਕਿ ਮੈਨੂੰ ਆਪਣਾ ਘਰ ਛੱਡ ਕੇ ਉੱਥੇ ਜੌਬ ਕਰਨੀ ਪੈਂਦੀ ਸੀ। ਉੱਥੇ ਮੈਨੂੰ ਇਹ ਡੈਜ਼ਿਗਨੇਸ਼ਨ ਵੀ ਨਹੀਂ ਸੀ ਮਿਲੀ ਜੋ ਕਿ ਡੈਜ਼ਿਗਨੇਸ਼ਨ ਮੈਨੂੰ ਇੱਥੇ ਮਿਲੀ ਹੋਈ ਹੈ ਐਜ਼ ਅ ਪ੍ਰੋਜੈਕਟ ਮੈਨੇਜਰ, ਐਂਡ ਸੈਲਰੀ ਆਈ ਐਮ ਗੈਟਿੰਗ ਹੇਅਰ ਮਚ ਬੈਟਰ ਦੈਨ ਮੋਹਾਲੀ। ਇਸ ਕਰਕੇ ਆਈ ਪ੍ਰੈਫਰ ਦਿਸ ਕੰਪਨੀ। ਬਹੁਤ ਬਹੁਤ ਵਧੀਆ ਗੱਲ ਹੈ ਮੈਮ, ਇਹ ਵਧਾਈ ਦੇ ਪਾਤਰ ਹੋ ਤੁਸੀਂ। ਇਹ भाई क्या नाम है आपका, कहाँ के रहने वाले? हरीश चौधरी नाम है मेरा। मैं दिल्ली से हूँ। ਦਿੱਲੀ ਤਾਂ IT ਹੱਬ ਹੈ, ਉਹਨੂੰ ਛੱਡ ਕੇ ਪੰਜਾਬ ਦੇ ਪਿੰਡ ਦੇ ਵਿੱਚ? हाँ, बेसिकली मेरे को दिल्ली में बहुत सारी कंपनीज मिली थी, जहाँ पे मैंने एक कंपनी में मैंने काम भी किया था, पर दिल्ली छोड़ के मैं इसलिए यहाँ पे आना प्रेफर किया क्योंकि दिल्ली में सारे लोग थोड़े ज़्यादा बिजी रहते हैं, तो कोई हेल्पफुल नहीं था। पर यहाँ के जितने भी एम्प्लॉय और कलीग्स हैं बहुत ज़्यादा हेल्पफुल है, जिन्होंने मेरे को सपोर्ट किया, और उधर से अच्छी सैलरी मेरे को यहाँ प्रोवाइड करी गई, और मेरे को सीखने के साथ साथ काम करने के लिए भी मिल रहा है। जिस भी प्रोजेक्ट पे मैं काम करना चाहूँ मैं किसी के भी साथ सीख के काम कर सकता हूँ, तो ये चीज़ मेरे को काफ़ी अच्छी लगी, तो इसलिए मैं दिल्ली छोड़। ਦਿਲ ਦੁਲ ਲੱਗ ਗਿਆ ਪੰਜਾਬ?
हाँ हाँ, दिल लग गया है पंजाब में अब तो। क्या बात है, पंजाबी जाने जाते ने भाई। माहौल भाई, क्या नाम है आपका, कहाँ के रहने वाले हो? सर मेरा नाम प्रवीण पाटेकर है। मैं कहाँ जॉब करते थे पहले? पुणे में ही जॉब करता था पहले। हाँ, लेकिन उसके बाद मैंने लिंक्डइन पे मैम की और कंपनी की ऐड देखी, तो उसके बाद वहाँ पे एक वैकेंसी भी थी, तो मैंने अप्लाई कर लिया। देन आई हैव बीन गॉट सिलेक्टेड इन दिस कंपनी। देन यहाँ आने के बाद मैंने अगर कंपैरिजन करना हो तो मैं पुणे में जहाँ जॉब कर रहा था, ठीक है, तो वहाँ पे मुझे उतना सीखने को नहीं मिल रहा था, ठीक है। यहाँ मैं काम भी कर रहा हूँ, उसके साथ मैं बहुत बहुत कुछ चीज़ें सीख रहा हूँ। और यहाँ पे एनवायरनमेंट इतना अच्छा है, आप किसी भी सीनियर, किसी भी जूनियर, कोई भी हायर पोस्ट, मतलब अथॉरिटी से भी आप कुछ भी डाउट पूछ सकते हो। एकदम एनवायरनमेंट फ्रेंडली यहाँ का सारा एनवायरनमेंट है। ਅੱਛਾ ਮੈਮ, ਤੁਸੀਂ ਇੱਕ ਮੈਨੂੰ ਗੱਲ ਕਰ ਰਹੇ ਸੀਗੇ ਵੀ ਜਿਨ੍ਹਾਂ ਦੀ ਫਾਈਲ ਆਲਮੋਸਟ ਕਹਿੰਦੇ ਸਾਰੇ ਬਾਹਰ ਜਾਣ ਵਾਲੇ ਸੀਗੇ, ਪਰ ਕਹਿੰਦੇ ਇੱਥੇ ਫਾਈਲ ਲੱਗੀ ਫਾਈਲ ਵਾਪਸ ਲੈ ਲਈ ਸੀਗੀ। ਉਹਨਾਂ ਨੂੰ ਵੀ ਆਪਾਂ ਜ਼ਰੂਰ ਮਿਲਣਾ ਚਾਹਾਂਗੇ। 2-4 ਸਵਾਲ ਹੈ। ਉਹ ਸੋਚਦੇ ਇਦਾਂ ਉਹ ਬਾਹਰ ਜਾਣ ਦਾ ਪਲਾਨ ਸੀਗਾ ਉਹਨਾਂ ਦਾ, ਚਲੋ ਉਹਨਾਂ ਨਾਲ ਵੀ ਗੱਲ ਕਰਕੇ ਦੇਖਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਜੋਬਨ ਜੋਬਨ ਭਾਈ, ਬਾਹਰ ਜਾਣ ਦਾ ਪਲਾਨ ਸੀਗਾ, ਕਿੱਥੇ ਜਾਣ ਦਾ ਪਲਾਨ ਸੀਗਾ? ਮੇਰਾ ਕੈਨੇਡਾ ਜਾਣ ਦਾ ਪਲਾਨ। ਇਹ ਕਿੰਨੀ ਦੇਰ ਪਹਿਲਾਂ ਦਾ ਪਲਾਨ ਸੀਗਾ? ਇਹ ਅਰਾਊਂਡ 7-8 ਸਾਲ ਪਹਿਲਾਂ ਦਾ ਸੀਗਾ। ਅੱਛਾ, ਫਿਰ ਇੱਥੇ ਫੈਸਲਾ ਕਿਵੇਂ ਲਿਆ ਵੀ ਪੰਜਾਬ ਦੇ ਵਿੱਚ? ਇੱਥੇ ਸਭ ਕੁਝ ਫੈਸਿਲਿਟੀ ਮਿਲ ਰਹੀ ਆ, ਜੋ ਵੀ ਡ੍ਰੀਮ ਸੀ ਪੂਰੇ ਹੋ ਰਹੇ ਆ, ਹਨਾ, ਜੋ ਵੀ ਰਿਕੁਆਇਰਮੈਂਟ ਹੈਗੀ ਵੱਡੇ ਵੱਡੇ ਸਾਰੀਆਂ ਚੀਜ਼ਾਂ ਇੱਥੇ ਕਲੀਅਰ ਹੋ ਰਹੀਆਂ, ਤੇ ਫਿਰ ਚੇਂਜ ਹੋ ਗਿਆ ਆਪਣੇ ਮਾਈਂਡ। ਜਿਹੜੇ ਭੈਣ ਭਰਾ ਕੈਨੇਡਾ ਵਾਲੇ, ਉਹ ਤਾਂ ਬੜੀਆਂ ਚਕਾਚੌਂਦੀਆਂ ਫੋਟੋਆਂ ਪਾਉਂਦੇ, ਬੰਦਾ ਦਿਲ ਕਰਨ ਲੱਗ ਪੈਂਦਾ ਵੀ ਮੈਂ ਵੀ ਚੱਲ ਜਾ। ਇਧਰੋਂ ਪਾਉਂਦੇ, ਫਿਰ ਇੱਧਰ ਦੀਆਂ ਫੋਟੋਆਂ ਭੇਜਦੇ ਉਹਨਾਂ ਨੂੰ। ਤੁਸੀਂ ਮੇਰਾ ਪੇਜ ਵੇਖੋ, ਮੈਂ ਵੀ ਬਹੁਤ ਕੁਝ ਪਾਉਂਦਾ। ਬੜੀ ਚੰਗੀ ਗੱਲ ਹੈ ਮੈਮ। EMPLOYEE ਕੰਮ ਤਾਂ ਕਰਦਾ ਹੈ, ਉਹਦੇ ਨਾਲ ਖੁਸ਼ ਵੀ ਹੈ, ਮੈਨੂੰ ਲੱਗਦਾ ਇਹ ਬੜੀ ਵੱਡੀ ਗੱਲ ਹੈ। ਅੱਛਾ ਮੈਮ, ਇੱਕ ਸਵਾਲ ਬਾਹਰ ਤੁਹਾਡੇ ਤੋਂ ਹੋਰ, ਮੇਰਾ ਬਹੁਤ ਅਹਿਮ ਸਵਾਲ ਹੈ, ਕਿਉਂਕਿ ਗੱਲ ਸਾਰੀ ਮੁੱਕਦੀ ਹੈ ਕੰਮ ਕਰਦੇ ਆ, ਮਿਹਨਤ ਕਰਦੇ ਆ, ਪੈਸਿਆਂ ਤੇ ਆ ਕੇ ਨਿਬੜਦੀ ਹੈ ਗੱਲ। ਹੁਣ ਕੈਨੇਡਾ ਵਾਲੇ ਤੇ ਵੀ ਸੋਚਦੇ ਹੋਣਗੇ, ਅਮਰੀਕਾ ਵਾਲੇ ਵੀ, ਭਾਈ ਉੱਥੇ ਤਾਂ ਡਾਲਰਾਂ ਦੇ ਵਿੱਚ ਲੱਖਾਂ ਮਿਲਣੇ ਮਹੀਨੇ ਦੇ, ਇੱਥੇ ਹਜ਼ਾਰਾਂ ਚ ਨਾ ਜਾਈਏ ਕਿਤੇ। ਉਹ ਫਿਰ ਕਿਵੇਂ ਕੰਪੈਲ ਹੋ ਰਹੇ ਕਹਿ ਸਕੀਏ, ਜਾਂ ਕਿਵੇਂ ਇਸ ਮੂਡ ਨੂੰ ਚੇਂਜ ਕਰਦੇ ਹੋ? ਤੇ ਕੈਨੇਡਾ 'ਚ ਵੇਖੋ ਇੱਕ ਭਿੰਡੀ ਵੀ ਡਾਲਰਾਂ 'ਚ ਖਰੀਦਦੇ ਆ, ਹਨਾ। ਤੇ ਇੱਥੇ ਪੰਜਾਬ 'ਚ ਇਦਾਂ ਸਿਸਟਮ ਨਹੀਂ ਹੈ। 70% ਤੇ ਸਾਡੇ ਪਿੰਡ ਹੀ ਆ, ਠੀਕ ਹੈ ਨਾ। ਸੋ ਨੋਰਮਲੀ ਜਿਹੜੇ ਕਿ ਨਿੱਕੇ ਪਾਣੀ ਦਾ ਵੀ ਅਸੀਂ ਉੱਥੇ ਪੈਸਾ ਖਰਚ ਰਹੇ ਹਾਂ, ਤੇ ਇੱਥੇ ਸਾਡੇ ਵੈਸੇ ਹੀ ਬਹੁਤ ਪੈਸੇ ਜਿਹੜੇ ਉਹ ਬਚਦੇ। ਜੇ ਅਸੀਂ ਕੰਪੈਰੀਜ਼ਨ ਕਰੀਏ ਤੇ ਹਰ ਇੱਕ ਨੂੰ ਦਿਲੋਂ ਪਤਾ ਵਾ ਕਿ ਇੱਥੇ ਰਹਿ ਕੇ ਜੇ ਆਪਾਂ ਮਿਹਨਤ ਕਰੀਏ ਤੇ ਅਸੀਂ ਅਮੀਰ ਹੀ ਆ। ਕਿਤੇ ਨਾ ਕਿਤੇ ਜਿਹੜੇ ਐਜੂਕੇਸ਼ਨ ਦੇ ਪੱਖੋਂ ਵਾਂਝੇ ਰਹਿ ਗਏ ਨੇ, ਜਾਂ ਫਿਰ ਬਹੁਤ ਹੀ ਲਾਓ ਕਿ ਸ਼ੁਰੂ 'ਚ ਜਿਹੜੀ ਆ ਉਹ ਆਪਣੇ ਪ੍ਰਤੀ ਸੀਰੀਅਸਨੈਸ ਜਿਨ੍ਹਾਂ ਨੇ ਨਹੀਂ ਦਿਖਾਈ, ਗਾਈਡੈਂਸ ਨਹੀਂ ਆ, ਉਹਨਾਂ ਨੂੰ ਫਿਰ ਲੱਗਦਾ ਕਿ ਸ਼ਾਰਟ ਟਰਮ ਪੈਸੇ ਕਮਾਉਣ ਲਈ ਅਸੀਂ ਕਿਤੇ ਬਾਹਰ ਚੱਲ ਜਾਈਏ। ਤੇ ਕਿਤੇ ਨਾ ਕਿਤੇ ਉਹ ਠੀਕ ਵੀ ਕਹਿ ਸਕਦੇ ਆ ਕਿ ਜਿਹਨੇ 2-3 ਸਾਲ ਬਾਹਰ ਲਾ ਕੇ ਤੇ ਉਹਨੇ ਪੈਸੇ ਕਮਾਉਣ ਜਾਣੇ। ਪਰ ਗਲਤ ਤੇ ਉੱਥੇ ਆ ਕਿ ਜਿੱਥੇ ਵਧੀਆ ਬੱਚਾ, ਉਹਦੇ 8 ਬੈਂਡ ਆ ਰਹੇ ਨੇ, ਉਹਨੂੰ ਜਿਹੜਾ ਵਾ ਕਾਲਜ ਸਕੂਲ ਜਿਹੜਾ ਵਾ ਉਹ ਇੰਨਾ ਰਿਸਪੈਕਟ ਦੇ ਰਿਹਾ। ਉਸ ਤੋਂ ਬਾਅਦ ਗਲਤ ਇੱਥੇ ਹੋ ਰਿਹਾ ਕਿ ਸਕੂਲ ਹੀ ਉਹਨੂੰ ਗਾਈਡ ਕਰ ਰਿਹਾ ਕਿ ਤੂੰ ਬਾਹਰ ਚਲ ਜਾ। ਸਕੂਲਾਂ ਨੇ ਟਾਈ ਅਪ ਬਣਾਏ ਹੋਏ ਆ ਅੱਗੇ ਕੰਪਨੀਆਂ ਨਾਲ, ਠੀਕ ਹੈ। ਅੱਜ ਕੱਲ੍ਹ ਕਾਲਜਿਸ ਨੇ ਟਾਈ ਅਪ ਬਣਾਏ ਹੋਏ ਆ ਕਿ ਤੁਹਾਨੂੰ ਇੱਥੇ ਭੇਜ ਦਾਂਗੇ। ਜਦੋਂ ਅਸੀਂ ਵਧੀਆ ਰਿਸੋਰਸ, ਵਧੀਆ ਬੱਚਾ ਵੀ ਬਾਹਰ ਭੇਜੀ ਜਾ ਰਹੇ ਹਾਂ, ਤੇ ਉੱਥੇ ਅਸੀਂ ਜਿਹੜੀ ਸਭ ਤੋਂ ਵੱਡੀ ਗਲਤੀ ਕਰ ਰਹੇ ਹਾਂ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਰਲਡ ਬੈਂਕ ਦੇ CEO ਵੀ ਇੰਡੀਆ 'ਚ ਪੜ੍ਹੇ ਨੇ। ਅੱਜ ਅਜੇ ਬੰਗਾ, ਰਾਈਟ, ਜਿਹੜੀ ਬੈਂਕ ਤੋਂ ਸਾਰੀਆਂ ਬੈਂਕਾਂ ਅੱਗੋਂ ਮਦਦ ਲੈ ਰਹੀਆਂ ਨੇ, ਉਹਦਾ ਜਿਹੜਾ CEO ਉਹ ਵੀ ਇੰਡੀਆ ਪੜ੍ਹਿਆ। ਸਾਡੇ ਪ੍ਰਧਾਨ ਮੰਤਰੀ ਇੰਡੀਆ ਪੜ੍ਹੇ ਹੁੰਦੇ, ਸਾਡੇ ਵੱਡੇ ਓਲੰਪੀਅਨ ਜਿਹੜੇ ਇੱਥੇ ਰਹਿ ਕੇ ਬਣੇ ਹੁੰਦੇ ਨੇ, ਉਹ ਵੀ ਪੰਜਾਬੀ ਨੇ। ਸੋ ਜਿਹੜੇ ਅਫੋਰਡ ਕਰ ਸਕਦੇ ਨੇ, ਜਿਹੜੇ ਘਰਾਂ 'ਚੋਂ ਠੀਕ ਨੇ, ਘੱਟੋ ਘੱਟ ਉਹ ਤੇ ਆਪਣੇ ਆਪ ਤੇ ਜਿਹੜਾ ਵਾ ਉਹ ਕੰਟਰੋਲ ਰੱਖਣ। ਉਹਨਾਂ ਨੂੰ ਕੀ ਜ਼ਰੂਰਤ ਹੈ? ਹੁਣ ਇੱਥੇ ਟਿਮ ਹਾਰਟਨਸ ਖੁੱਲਿਆ ਸੀ, ਜਦੋਂ ਪਹਿਲੀ ਵਾਰ ਟਿਮ ਹਾਰਟਨ ਖੁੱਲਿਆ ਪੰਜਾਬ ਦੇ ਵਿੱਚ, ਉਹਨਾਂ ਨੇ ਮੈਨੂੰ ਸੱਦਿਆ, ਠੀਕ ਹੈ। ਅਸੀਂ ਜਿਹੜਾ ਵਾ ਉੱਥੇ ਇੰਨੇ ਕੈਪੇਬਲ ਹਾਂ ਕਿ ਟਾਂਗਰੇ ਵਰਗੇ ਪਿੰਡ 'ਚ ਰਹਿ ਕੇ ਉੱਥੇ VIP ਗੈਸਟ ਬਣ ਸਕਦੇ ਉਹਨਾਂ ਦੇ। ਸਾਨੂੰ ਕੀ ਲੋੜ ਆ ਉੱਥੇ ਜਾ ਕੇ ਭਾਂਡੇ ਮਾਂਜਣ ਦੀ? ਮੈਨੂੰ ਇਹ ਨਹੀਂ ਸਮਝ ਆਉਂਦੀ, ਠੀਕ ਹੈ ਨਾ। ਸਾਨੂੰ ਕੀ ਲੋੜ ਆ? ਇੱਥੇ ਸਟਾਰਬਕਸ ਆ ਗਿਆ, ਟਾਂਗਰੇ ਦੇ 8 ਕਿਲੋਮੀਟਰ ਬਾਅਦ ਸਟਾਰਬਕਸ ਆ ਗਿਆ, ਠੀਕ ਹੈ। ਸਾਰਾ ਕੁਝ ਤੇ ਇਹਨੂੰ ਆ ਰਹੇ ਨੇ, ਦੇਖਣ ਜਾ ਰਹੇ। ਉਹ ਤਾਂ ਇਹਨੂੰ ਆ ਰਹੇ ਨੇ, ਕੰਮ ਖੋਲ ਰਹੇ ਨੇ। ਕਿਹੜੀ ਫਰੈਂਚਾਈਜ਼ੀ ਜਿਹੜੀ ਪੰਜਾਬ ਦੇ ਵਿੱਚ ਨਹੀਂ, ਅੱਜ ਪਿੰਡਾਂ ਦੇ ਵਿੱਚ ਨਹੀਂ ਹੈ। ਮਤਲਬ ਹਰ ਪਾਸਿਓਂ ਜਿਹੜਾ ਖੂਨ ਹੈ ਨਾ, ਉਹ ਪੰਜਾਬ ਦਾ ਹੀ ਨਿਚੋੜਨਾ। ਈਵਨ ਜੇ ਮੂਵੀਜ਼ ਵੀ ਆ ਜਾਂ ਕੁਝ ਵੀ, ਸਾਰੇ ਕੰਸੈਪਟ ਇੱਥੋਂ ਦੇ ਲੈਣੇ ਨੇ। ਇੱਥੋਂ ਦੇ ਲੋਕ ਹੀ ਜਿਹੜੀ ਆ ਉਹ ਮਿਹਨਤ ਕਰ ਰਹੇ ਨੇ, ਠੀਕ ਹੈ। ਜੇ ਵੱਡੀਆਂ ਕੰਪਨੀਆਂ ਨੇ, ਉਹ ਵੀ ਇੱਥੇ ਹਰ ਤਰ੍ਹਾਂ ਦੀ ਫਰੈਂਚਾਈਜ਼ੀਆਂ ਆ ਗਈਆਂ ਨੇ। ਤੇ ਗੱਲ ਤੇ ਤਾਂ ਬਣਦੀ ਨਾ ਕਿ ਤੁਸੀਂ ਇੱਥੇ ਬ੍ਰਾਂਡ ਬਣਾਓ ਤੇ ਫਿਰ ਫਰੈਂਚਾਈਜ਼ੀ ਖੋਲੋ ਕੈਨੇਡਾ, ਫਿਰ ਖੋਲੋ ਤੁਸੀਂ ਅਮਰੀਕਾ, ਠੀਕ ਹੈ। ਦੋਨੋਂ ਦੇਸ਼ਾਂ ਨੂੰ ਜੋੜੋ, ਬ੍ਰਿਜ ਬਣਾਓ, ਠੀਕ ਹੈ, ਤਾਂ ਗੱਲ ਬਣਦੀ ਹੈ। ਨਾ ਕਿ ਅਸੀਂ ਸਾਰਾ ਕੁਝ ਵੇਚ ਵੱਟ ਕੇ, ਤੇ ਸਾਡੇ ਵਰਗੇ ਜਿਹੜੇ ਮਿਹਨਤੀ ਲੋਕ ਆ ਇਹਨਾਂ ਨੂੰ ਸਮਝਦੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਆ ਕੁਝ ਦੁਨੀਆ ਦਾ, ਠੀਕ ਹੈ, ਤੇ ਅਸੀਂ ਠੀਕ ਆ। ਉੱਥੇ ਸਾਰਾ ਪੰਗਾ ਲੈ ਕੇ ਤੇ ਮੁੜ ਕੇ ਉਹ ਆਪਣੇ ਆਪ ਨੂੰ ਪ੍ਰੂਵ ਕਰਨ ਤੇ ਲੱਗੇ ਹੋਏ ਕਿ ਅਸੀਂ ਠੀਕ ਆ, ਪਰ ਇਹ ਦਿਲੋਂ ਉਹਨਾਂ ਨੂੰ ਪਤਾ ਕਿ ਅਸੀਂ ਠੀਕ ਨਹੀਂ ਆ।
ਠੀਕ ਹੈ। ਸੋ ਮਾਂ ਪਿਓ ਨੂੰ ਛੱਡ ਕੇ ਜਾਣਾ ਤੇ ਮਾਂ ਪਿਓ ਦਾ ਜ਼ਬਰਦਸਤੀ ਉੱਥੇ ਦਿਲ ਲਵਾਉਣਾ ਤੇ ਮਾਂ ਪਿਓ ਨੂੰ ਜਿਹੜਾ ਵਾ ਉਹਨਾਂ ਦੀ ਜਿਹੜੀ ਅਖੀਰ ਦੀ ਉਮਰ ਹੁੰਦੀ ਆ 20-30 ਸਾਲ, ਜਿਹੜੇ ਤੁਹਾਨੂੰ ਸਾਰੀ ਉਮਰ ਪਾਲ ਪੋਸ ਕੇ ਵੱਡਾ ਕਰਕੇ ਆਪਣੀ ਵੀ ਜ਼ਿੰਦਗੀ ਜਦੋਂ ਜੀਣੀ ਹੁੰਦੀ ਆ, ਠੀਕ ਹੈ, ਤੇ ਉਹ ਫੇਰ ਕੰਮ ਕਰਨ ਤੇ ਲੱਗ ਜਾਂਦੇ ਆ, ਬੱਚੇ ਸਾਂਭਣ ਤੇ ਲੱਗ ਜਾਂਦੇ ਆ, ਠੀਕ ਆ। ਮਾਂ ਪਿਓ ਆਪ ਬੱਚਾ ਹੁੰਦਾ ਤੁਹਾਡਾ ਜਦੋਂ 55-60 ਸਾਲ ਤੋਂ ਉੱਪਰ ਚੱਲ ਜਾਂਦਾ ਨਾ, ਤੁਹਾਨੂੰ ਤੇ ਖੁਦ ਨੂੰ ਇੱਕ ਬੱਚੇ ਵਾਂਗੂ ਕੇਅਰ ਕਰਨੀ ਚਾਹੀਦੀ ਆ। ਕੀ ਸਾਡੇ ਮਾਂ ਪਿਓ ਸਾਨੂੰ ਜਦੋਂ ਹੀ 1 ਤੋਂ 15 ਸਾਲ ਦੀ ਉਮਰ 'ਚ ਸਾਡੇ ਕੋਲ ਕੰਮ ਕਰਾਉਂਦੇ ਆ, ਠੀਕ ਹੈ, ਉਦੋਂ ਹੀ ਕਿਤੇ ਦਿਹਾੜੀ ਤੇ ਲੱਗੇ ਹੁੰਦੇ ਆ, ਤਾਂ ਅਸੀਂ ਆਪਣੇ ਪੇਰੈਂਟਸ ਨੂੰ ਕਿਉਂ ਲਾ ਰਹੇ ਦਿਹਾੜੀ ਤੇ? ਉਹਨਾਂ ਨੂੰ ਵੀ ਰਿਟਾਇਰਮੈਂਟ ਚਾਹੀਦੀ ਆ, ਉਹਨਾਂ ਨੂੰ ਵੀ ਉਹ ਰਿਸਪੈਕਟ ਚਾਹੀਦੀ ਆ, ਠੀਕ ਹੈ। ਤੁਹਾਡਾ ਸਵਾਲ ਕੱਟਦਾ, ਇਹਦੇ ਨਾਲ ਮੇਰਾ ਸਵਾਲ ਇੱਕ ਮੇਰੇ ਜ਼ਿਹਨ 'ਚ ਆ ਗਿਆ, ਕਦੀ ਕੋਈ ਪੇਰੈਂਟਸ, ਕੋਈ ਮਾਪੇ ਬਜ਼ੁਰਗ ਆਏ ਤੁਹਾਡੇ ਕੋਲ ਵੀ ਮੇਰਾ ਧੀ ਪੁੱਤ ਮੋੜ ਲਿਆ ਪੁੱਤ, ਮੈਂ ਮਿਲਣ ਨੂੰ ਤਰਸ ਗਈ ਹਾਂ ਤੇ ਮੈਂ ਦਿੱਕਤਾਂ ਨਾਲ ਵੀ, ਕਦੀ ਹੋਈ ਕਦੀ ਇਦਾਂ ਮੁਲਾਕਾਤ? ਨਹੀਂ, ਇਦਾਂ ਮੇਰੀ ਡਾਇਰੈਕਟ ਤਾਂ ਨਹੀਂ ਹੋਈ, ਪਰ ਸਟੋਰੀਜ਼ ਜਿਹੜੀਆਂ ਉਹ ਸੁਣੀ ਦੀਆਂ। ਪਰ ਪਿੰਡ ਦੇ ਵਿੱਚ ਇਹੋ ਜਿਹੇ ਬਹੁਤ ਕੇਸ ਦੇਖੇ ਆ ਕਿ ਜਿੱਥੇ ਮਾਪਿਓ ਆਪਣੇ ਬੱਚਿਆਂ ਦੀ ਲਾਸ਼ ਵੀ ਨਹੀਂ ਮੰਗਾ ਸਕੇ। ਮੈਂ ਬੜੀਆਂ ਚੂੜੇ ਵਾਲੀਆਂ ਨਵੀਆਂ ਵਿਆਹੀਆਂ ਕੁੜੀਆਂ ਦੇਖੀਆਂ ਨੇ, ਕਿਉਂਕਿ ਇੱਥੇ ਨਸ਼ਾ ਜਿਹੜਾ ਵਾ ਘਰ ਦੇ ਗਾਲਾਂ ਕੱਢ ਦਿੰਦੇ ਨੇ, 4 ਗਾਲਾਂ ਪਿਓ ਤੋਂ ਪੈਂਦੀਆਂ, 4 ਮਾਂ ਤੋਂ ਤੇ 4 ਦੋਸਤ ਕੱਢਦੇ ਆ, ਤੇ ਬੰਦਾ ਜਿਹੜਾ ਵਾ ਬਾਰ-ਬਾਰ ਸੋਚਦਾ ਕਿ ਮੈਂ ਕੀ ਕਰਾਂ। ਉੱਥੇ ਉਹਦੇ ਵਾਗਾਂ ਖੁੱਲੀਆਂ ਨੇ, ਉੱਥੇ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਆ। ਉੱਥੇ ਨਸ਼ੇ ਦਾ ਹਰ ਇੱਕ ਅਪਰ ਵਰਜਨ ਆ, ਲੈਵਲ ਨੈਕਸਟ ਆ, ਸੌਖਾ ਵਾ ਨਸ਼ਾ ਕਰਨਾ। ਤੇ ਉੱਥੇ ਫਿਰ ਸਾਨੂੰ ਇਹ ਇਨਫੋਰਮੇਸ਼ਨ ਆ ਜਾਂਦੀ ਆ ਕਿ ਬੰਦੇ ਨੂੰ ਹਾਰਟ ਅਟੈਕ ਹੋਇਆ ਤੇ ਉਹਦਾ ਰੀਜ਼ਨ ਤੇ ਨਸ਼ਾ ਹੀ ਹੈ, ਤੇ ਸਾਰਿਆਂ ਨੂੰ ਪਤਾ ਵਾ। ਲਾਸਟ ਸਵਾਲ ਹੈ ਮੈਮ, ਸੱਦਾ ਦੇ ਰਹੇ ਹੋ ਫਿਰ ਅਮਰੀਕਾ ਕੈਨੇਡਾ ਵਾਲੇ ਆ ਜਾਓ, ਨਾ ਸਿਰਫ ਪੰਜਾਬ ਵਾਪਸੀ ਕਰਾਉਂਗੀ, ਕੰਮ ਵੀ ਸਟੈਂਡ ਵੀ ਕਰਾਂਗੇ ਪੈਰਾਂ। ਮੈਂ ਇੱਕ ਬੜੀ ਅੱਛੀ ਉਦਾਹਰਨ ਤੁਹਾਨੂੰ ਦੇਣਾ ਚਾਹਨੀ, ਸਿਮਰ ਕਰਕੇ ਇੱਕ ਲੜਕਾ ਹੈਗਾ, ਤੇ ਉਹ ਜਿਹੜਾ ਆਲਮੋਸਟ ਆਈ ਥਿੰਕ 31-32 ਇਅਰਸ ਦਾ ਵਾ, ਫਰੀਦਕੋਟ ਦਾ ਉਹ ਰਹਿਣ ਵਾਲਾ ਵਾ। ਇੱਥੇ ਉਹ ਲਾਇਰ ਸੀ, 35-40 ਹਜ਼ਾਰ ਰੁਪਏ ਉਹਦੀ ਤਨਖਾਹ ਸੀ ਚੰਡੀਗੜ੍ਹ ਦੇ ਵਿੱਚ। ਅਜੇ ਉਹਨੂੰ 1 ਸਾਲ ਹੋਇਆ US ਗਏ, ਤੇ ਅਸੀਂ ਉੱਥੇ ਤੁੜਕੂ ਲਾਤਾ ਇੱਥੋਂ ਰਿਵਰਸ ਮਾਈਗ੍ਰੇਸ਼ਨ ਦਾ ਕਿ ਇਹ ਠੀਕ ਨਹੀਂ ਆ, ਠੀਕ ਆ। ਉਹਦਾ ਵੀ ਮਨ ਬਣ ਗਿਆ ਬੜੀ ਦੇਰ ਪਹਿਲਾਂ ਹੀ ਕਿ ਨਹੀਂ, ਮੈਂ ਵਾਪਸ ਹੀ ਜਾਣਾ ਹੈ, ਠੀਕ ਹੈ। ਸੋ ਬੱਚੇ ਇੰਨੇ ਸਿਆਣੇ ਹੋ ਗਏ ਨੇ ਕਿ ਜੇ ਗਲਤੀ ਨਾਲ ਉੱਥੇ ਚੱਲ ਵੀ ਗਏ ਨੇ, ਉਹਨਾਂ ਨੇ ਉੱਥੇ ਕਿਸ਼ਤਾਂ 'ਚ ਨਹੀਂ ਫਸੇ, ਕੋਈ ਪੰਗਾ ਨਹੀਂ ਲੈ ਰਹੇ। ਉਹ ਸਮਝ ਚੁੱਕੇ ਨੇ ਕਿ ਇੱਥੋਂ ਹੁਣ ਸਾਨੂੰ ਸਮੇਟ ਕੇ ਜਿਹੜਾ ਵਾ, ਭਾਵੇਂ ਸਾਡਾ 10-15 ਲੱਖ ਦਾ ਨੁਕਸਾਨ ਹੀ ਹੋ ਜੇ, ਪਰ ਜਾਣਾ ਅਸੀਂ ਜਿਹੜਾ ਵਾਪਸ ਹੀ ਆ। ਤੁਸੀਂ ਮੈਨੂੰ 6 ਮਹੀਨੇ ਦਿਓ, 8 ਮਹੀਨੇ ਦਿਓ, ਤੁਹਾਨੂੰ ਮੈਂ ਇੱਥੇ ਪੂਰੀ ਝੜੀ ਲਾ ਦੇਣੀ ਆ ਕਿ ਤੁਸੀਂ ਦੇਖੋਗੇ ਕਿ ਕਿੱਦਾਂ ਲੋਕ ਅਮਰੀਕਾ, ਕੈਨੇਡਾ, US ਤੋਂ ਆ ਕੇ ਇੱਥੇ ਸਿਰਫ ਸਾਡੇ EMPLOYE ਨਹੀਂ ਬਣੇ, ਬਲਕਿ ਟ੍ਰੇਨਿੰਗ ਵੀ ਲੈ ਰਹੇ ਨੇ, ਤੇ ਆਪਣੇ ਜ਼ਿਲ੍ਹਿਆਂ 'ਚ IT ਕੰਪਨੀ ਵੀ ਖੋਲ ਰਹੇ ਨੇ, ਤੇ ਜਾਂ ਫਿਰ ਜਿਹੜਾ ਬਿਜ਼ਨਸ ਉਹ ਕਰਨਾ ਚਾਹੁੰਦੇ ਸੀ ਉਹਦੇ 'ਚ ਵੀ ਮੈਂ ਉਹਨਾਂ ਨੂੰ ਸਪੋਰਟ ਕਰਦੀ। ਤੁਹਾਡੇ ਚੈਨਲ ਰਾਹੀਂ ਮੈਂ ਜਿੰਨੇ ਵੀ ਸਾਡੇ ਜਿਹੜੇ ਆ ਇੱਥੋਂ ਭੈਣ ਭਰਾ, ਫੈਮਿਲੀਜ਼ ਜਿਹੜੀਆਂ ਵਾ, ਜਾਂ ਯੂਥ ਜਿਹੜਾ ਵਾ ਉਹ ਪੰਜਾਬ ਤੋਂ ਇਹ ਸੋਚ ਕੇ ਬਾਹਰ ਗਿਆ ਕਿ ਉੱਥੇ ਜਾ ਕੇ ਕੁਝ ਖਾਸ ਕਰਕੇ ਪੜ੍ਹ ਕੇ, ਜਾਂ ਉਹਨੂੰ ਉੱਥੇ ਜਾ ਕੇ ਫੀਲ ਹੁੰਦਾ ਵਾ ਕਿ ਨਹੀਂ ਮੈਨੂੰ ਵਾਪਸ ਆ ਜਾਣਾ ਚਾਹੀਦਾ, ਪਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ, ਉਹਨਾਂ ਵਾਸਤੇ ਮੈਂ ਹਮੇਸ਼ਾ ਅਵੇਲੇਬਲ ਹਾਂ, ਠੀਕ ਹੈ। ਬਹੁਤ ਸਾਰੇ ਲੋਕ ਆ ਜਿਹੜੇ ਲਗਾਤਾਰ ਡਿਸਕਸ਼ਨ ਕਰ, ਨਾ ਕਿ ਤੁਸੀਂ IT ਦੇ ਵਿੱਚ ਹੀ ਆਓ, ਮੈਂ ਤੁਹਾਡੇ ਬਿਜ਼ਨਸ 'ਚ ਤੁਹਾਡੇ ਨਾਲ ਮਿਲ ਕੇ ਤੁਹਾਡੀ ਹੈਲਪ ਕਰਾਂਗੀ ਕਿ ਸਾਨੂੰ ਕੀ ਕਰਨਾ ਚਾਹੀਦਾ। ਅੱਛਾ, ਕੰਮ ਕਿਹੜੇ ਮੁਲਕ ਤੋਂ ਮਿਲ ਰਿਹਾ ਜਿਸ IT ਕੰਪਨੀ? ਹਾਂਜੀ, ਕੰਮ ਹਰ ਮੁਲਕ ਤੋਂ ਮਿਲ ਰਿਹਾ ਹੈ। ਸਾਡੀ ਇੰਡੀਅਨ ਕਮਿਊਨਿਟੀ, ਸਾਡੀ ਪੰਜਾਬੀ ਕਮਿਊਨਿਟੀ ਵੀ ਕੰਮ ਦੇ ਰਹੀ ਹੈ, ਤੇ ਨਾਲ ਸਾਨੂੰ ਹਰ ਤਰ੍ਹਾਂ ਦੀ, ਭਾਵੇਂ ਬ੍ਰਿਟਿਸ਼ ਕਮਿਊਨਿਟੀ ਆ, ਭਾਵੇਂ ਅੰਗਰੇਜ਼ ਨੇ, ਭਾਵੇਂ ਅਫਰੀਕਨਸ ਨੇ, ਹਰ ਤਰ੍ਹਾਂ ਦੇ ਲੋਕ ਜਿਹੜੇ ਸਾਨੂੰ ਕੰਮ ਦੇ ਰਹੇ। ਪੰਜਾਬ ਦੇ ਵਿੱਚ ਦੇਖੋ ਡਾਲਰ 'ਚ ਪੈਸੇ ਲੈ ਕੇ ਆਣੇ ਅਸੀਂ, ਠੀਕ ਹੈ। ਸੋ ਸਾਡਾ ਪੂਰਾ ਫੋਕਸ ਹੈ ਕਿ ਅਸੀਂ ਇੱਥੇ ਬਹਿ ਕੇ ਗਲੋਬਲ ਕੰਮ ਕਰੀਏ, ਸਾਨੂੰ ਕੈਨੇਡਾ ਨਾ ਬਹਿਣਾ ਪਵੇ। ਕੈਨੇਡਾ ਦੇ ਬੱਚੇ ਕੈਨੇਡਾ ਦੀ ਫੀਲਿੰਗ ਲੈ ਰਹੇ ਆ ਜਦੋਂ ਕੈਨੇਡਾ ਦੇ ਕਲਾਇੰਟਸ ਦਾ ਕੰਮ ਕਰ ਰਹੇ ਨੇ, ਇੱਥੇ ਬਹਿ ਕੇ ਦੇਖ ਰਹੇ ਨੇ ਉਹਨਾਂ ਦੇ ਰੈਸਟੋਰੈਂਟ 'ਚ ਕੀ ਹੋ ਰਿਹਾ ਤੇ ਕਿੱਦਾਂ ਹੋ ਰਿਹਾ। ਅਸੀਂ ਇੱਕ, ਜਿੱਦਾਂ ਹੁਣੇ ਤੁਸੀਂ ਜੋਬਨ ਦੀ ਇੰਟਰਵਿਊ ਕੀਤੀ ਨਾ, ਤੇ ਜੋਬਨ ਪਿਛਲੀ ਵਾਰ ਅਸੀਂ 11 ਦਿਨ ਲਈ ਦੁਬਈ ਗਏ ਸੀ, ਉਹ ਵੀ ਨਾਲ ਗਿਆ ਸੀ, ਹੋਰ ਵੀ ਟੀਮ ਮੈਂਬਰ ਗਏ ਸੀ। ਸਾਨੂੰ ਕੈਨੇਡਾ ਜਾ ਕੇ ਫਸ ਕੇ ਬਹਿਣ ਦੀ ਕੀ ਲੋੜ ਆ, ਜਦੋਂ ਅਸੀਂ ਟਾਂਗ ਰਹੇ 100 ਦੇਸ਼ ਜਾ ਸਕਦੇ ਹਾਂ ਆਪਣੀ ਕੰਪਨੀ ਥਰੂ, ਤੇ ਸਾਨੂੰ ਲੋੜ ਨਹੀਂ ਹੈ ਕਿ ਉੱਥੇ ਜਾ ਕੇ ਫਸ ਜਾਈਏ। ਹਾਂਜੀ ਮੈਮ, ਗੱਲਬਾਤ ਕਰਨ ਲਈ ਬਹੁਤ ਧੰਨਵਾਦ, ਬੜਾ ਚੰਗਾ ਲੱਗਿਆ ਔਰ ਸਲੂਟ ਹੈ ਤੁਹਾਨੂੰ, ਤੁਹਾਡੀ ਪੂਰੀ ਇਸ ਟੀਮ ਨੂੰ ਕਿ ਅੱਜ ਇੰਨੀ ਮਿਹਨਤ ਦੇ ਨਾਲ। ਅੱਛਾ, ਇੱਕ ਸਵਾਲ ਹੋਰ ਲਾਸਟ ਕਰ ਹੀ ਲੈਣਾ, ਇਹ ਬੂਟੇ ਨੂੰ ਬਹੁਤ ਮਸ਼ਕਾਂ ਪਾਪਾ ਪਾਣੀ ਦੇ ਮੱਗਾਂ ਦੇ ਨਾਲ ਪਾਣੀ ਪਾਪਾ ਐਡਾ ਵੱਡਾ ਕੀਤਾ ਹੈ, ਸਰਕਾਰ ਨੇ ਵੀ ਕੋਈ ਮੱਗ ਪਾਣੀ ਦਾ ਪਾਇਆ ਇਸ ਬੂਟੇ ਨੂੰ? ਹਾਂ, ਇੱਕ ਅੱਧਾ ਲੀਡਰ ਹੈਗਾ ਜਿਹਨੇ ਸ਼ੇਅਰ ਕੀਤਾ ਵਾ ਆਪਣੇ ਪੇਜ ਤੇ। ਸ਼ੇਅਰ ਕਰਨ ਤੱਕ ਕੋਈ ਮਦਦ ਵੀ ਨਹੀਂ ਕਰ ਸਕਦੇ ਕਿਸੇ, ਕੋਈ ਸਬਸਿਡੀ, ਕੋਈ ਚੰਗੀ ਕਿਸੇ ਸੌਖੇ ਤਰੀਕੇ ਨਾਲ? ਤੁਸੀਂ ਧਿਆਨ ਪਾਓਗੇ ਤੇ ਸ਼ਾਇਦ ਉਹਨਾਂ ਦਾ ਪੈ ਜੇ, ਪਰ ਇਹ ਹਾਈ ਟਾਈਮ ਆ ਕਿ ਸਰਕਾਰ ਨੂੰ ਕੁਝ ਕਰਨਾ ਚਾਹੀਦਾ। ਪਤਾ ਕੀ ਆ, ਇਹ ਜਿਹੜਾ ਯੂਥ ਆ ਨਾ, ਫਿਰ ਉਹ ਬਿਲੀਵ ਨਹੀਂ ਕਰੇਗਾ ਕਿ ਸਾਡੇ ਪੰਜਾਬ 'ਚ ਕੁਝ ਹੁੰਦਾ ਜਦੋਂ ਤੱਕ ਮੇਰੇ ਵਰਗੇ ਜਾਂ ਹੋਰ ਜਿਹੜੇ ਮੇਰੇ ਵਾਂਗੂ ਕੰਮ ਕਰ ਰਹੇ, ਭਾਵੇਂ ਉਹ ਕਿਸੇ ਵੀ ਫੀਲਡ 'ਚ ਆ, ਉਹਨਾਂ ਦੀ ਜਿਹੜੀ ਬਾਂਹ ਸਰਕਾਰ ਨਹੀਂ ਨਾ ਫੜੇਗੀ, ਤੇ ਇਹ ਚੀਜ਼ਾਂ ਜਿਹੜੀਆਂ ਵੱਡੇ ਪੱਧਰ ਤੇ ਨਹੀਂ ਹੋ ਸਕਦੀਆਂ, ਸਾਡੇ ਲਈ ਬਹੁਤ ਔਖਾ ਵਾ। ਫਿਰ ਇਦਾਂ ਹੀ ਹੋਏਗਾ ਕਿ ਚਲੋ 5 ਸਾਲ ਤੱਕ ਅਸੀਂ 500 ਬੰਦਿਆਂ ਦੀ ਕੰਪਨੀ ਚਲਾ ਰਹੇ ਹਾਂ, ਜਿਹੜੀ ਕਿ 50,000 ਦੀ ਵੀ ਹੋ ਸਕਦੀ ਆ, ਠੀਕ ਹੈ। ਸੋ ਜ਼ਰੂਰ
ਕਿ ਸਰਕਾਰ ਦੇ ਧਿਆਨ 'ਚ ਵੀ ਹੋ ਸਕਦਾ ਹੋਏਗਾ। ਤੇ ਮੈਂ ਉਹਨਾਂ ਨੂੰ ਤੁਹਾਡੇ ਚੈਨਲ ਥਾਨੀ ਇੱਥੋਂ ਰਿਕੁਐਸਟ ਵੀ ਕਰਾਂਗੀ ਕਿ ਤੁਸੀਂ ਪਲੀਜ਼ ਸਾਡਾ ਜਿਹੜਾ ਬਿਜ਼ਨਸ ਮਾਡਲ ਆ ਇਹ ਹਰ ਡਿਸਟ੍ਰਿਕਟ 'ਚ ਰੈਪਲੀਕੇਟ ਕਰਨ 'ਚ ਸਾਡੀ ਹੈਲਪ ਕਰੋ ਤੇ ਸਾਨੂੰ ਹਰ ਤਰ੍ਹਾਂ ਦੀ ਫੰਡਿੰਗ ਜਿਹੜੀ ਰਿਕੁਆਇਰਮੈਂਟ ਆ ਉਹਦੇ ਲਈ ਕੋਈ ਪਾਲਿਸੀ ਲੈ ਕੇ ਆਓ, ਸਾਡੀ ਕੰਪਨੀ ਨੂੰ ਲੋਨ ਦਿਓ। ਸਾਡੇ ਬੱਚੇ ਜਿਹੜੇ ਆ ਉਹ 15 ਤਰੀਕ ਨੂੰ ਜਿਹੜੀ ਸੈਲਰੀ ਲੈ ਰਹੇ ਨੇ ਉਹ ਉਹਨਾਂ ਨੂੰ ਉਸੇ ਮਹੀਨੇ ਦੀ 25 ਤਰੀਕ ਤੇ ਲਿਆਉਣ ਦਾ ਸਾਡਾ ਟਾਰਗੇਟ ਆ। ਠੀਕ ਹੈ, ਇਸ ਬੱਚਿਆਂ ਨੇ ਬਹੁਤ ਜ਼ਿਆਦਾ ਸੈਕਰੀਫਾਈਸ ਕਰਕੇ ਕੰਪਨੀ ਨੂੰ ਇੱਥੋਂ ਤੱਕ ਲਿਆਂਦਾ। ਕੰਪਨੀ ਨੇ ਬੜੇ ਅਪ ਡਾਊਨ ਦੇਖੇ ਨੇ, ਕਈ ਬੱਚਿਆਂ ਨੇ ਘਰੋਂ ਪੈਸੇ ਪਾਤੇ ਕੰਪਨੀ 'ਚ, ਇਸ ਤਰ੍ਹਾਂ ਇਹ ਕੰਪਨੀ ਜਿਹੜੀ ਆ ਉਹ ਬਣੀ ਆ। ਠੀਕ ਹੈ, ਸੋ ਬਹੁਤ ਜ਼ਰੂਰਤ ਹੈ ਕਿ ਸਰਕਾਰ ਜਿਹੜੀ ਆ ਉਹ ਸਾਡੇ ਵੱਲ ਧਿਆਨ ਛੇਤੀ ਦੇਵੇ। ਹੁਣ ਗੱਲਬਾਤ ਕਰਨ ਲਈ ਧੰਨਵਾਦ। ਤਾਂ ਇਹ ਸੀਗੇ ਮੈਡਮ ਮਨਦੀਪ ਕੌਰ ਟਾਂਗਰਾ, ਜਿਨ੍ਹਾਂ ਨੇ ਆਪਣਾ ਫਰਜ਼ ਤਾਂ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ, ਨਿਭਾ ਵੀ ਰਹੇ ਨੇ ਪੰਜਾਬ ਦੀ ਪੀੜ੍ਹੀ ਨੂੰ ਵਿਦੇਸ਼ੀ ਮੁਲਕਾਂ ਦੇ ਵਿੱਚ ਫਸਣ ਤੋਂ ਬਚਾਉਣ ਲਈ। ਪਰ ਇੱਥੇ ਲੋੜ ਹੈ ਸਰਕਾਰਾਂ ਨੂੰ ਅਜਿਹੀਆਂ ਭੈਣਾਂ ਦੇ, ਅਜਿਹੇ ਅਗਾਂਹ ਵਧੂ ਸੋਚ ਵਾਲੇ ਇਨਸਾਨਾਂ ਦੇ ਨਾਲ ਹੋ ਕੇ ਮੋਢੇ ਨਾਲ ਮੋਢਾ ਲਾਉਣ ਦੀ, ਤਾਂ ਜੋ ਇਹਨਾਂ ਦੇ ਕੀਤੇ ਕੰਮ ਦੇ ਵਿੱਚ ਇੰਨਾ ਕੁ ਯੋਗਦਾਨ ਪਵੇ ਕਿ ਅੱਜ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ੀ ਮੁਲਕਾਂ ਤੇ ਰੁਲਣ ਦੀ ਬਜਾਏ ਪੰਜਾਬ ਦੀ ਤਰੱਕੀ ਦੇ ਲਈ, ਪੰਜਾਬ ਦੀ ਅਮਨ ਅਮਾਨ ਦੇ ਲਈ ਇੱਥੇ ਰਹਿ ਕੇ ਕੰਮ ਕਰੇ ਤੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਮਾਣੇ। ਕੈਮਰਾਮੈਨ ਨਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਟਾਂਗਰਾ।